गुरु निस्तारै बाणी बिरलो विचारसी जे को गुरमुख होए एह बाणी महापुरख की निज कर वासा होए मारू महला पहला दूजी दुर्मत अन्नी बोली काम करोध की कच्ची चोली कर वर सहज न जाने शोहर बिन पिर नींद न पाई है अंतर अगन जल पड़कारे मन मुख तके कुंडा चारे बिन सतगुर सेवे क्यों सुख पाइए साचे हाथ वडाई है काम क्रोध अहंकार निवारे तस कर पंच शब्द संगारे ज्ञान खड़ग लय मन स्यों लूजै मन सा मन समाई है माँ की रकत पिता बिंद तारा मूरत सूरत कर आपारा जोत दात जिति सब तेरी तू करता सब ठाई है माँ की रकत पिता बिद तारा मूरत सूरत कर अपारा जोत दात जेती सब तेरी तू करता सब ठाई है। वाहिगुरु जी का खालसा वाहिगुरु जी की फतेह। मारू राग दे इस पावन शब्द दे 16 पदे हैं। 8 पदियां दा पाठ दास ने कल कीता सी। 1 पदे तक विचार संपूर्ण होई। सो अज केवल पहले 4 पदियां दा पाठ आप जी ने सरवण कीता है। इस दी विचार ज्ञानी महेंद्र सिंह जी खालसा पढ़ी वाले आप जी नूं सरवण करवाउणगे। अज उन्हां दी विदायगी भी है। प्रबंधक सेवादारां वल्लों ज्ञानी महेंद्र सिंह खालसा जी होरां दा बहुत बहुत धन्यवाद। 6वें पातशाह मेरी पीरी दे मालक सतगुरु गुरु हरगोबिंद साहब महाराज जी का अज पवित्र पावन प्रकाश गुरपुरब है।
ਸਮੂਹ ਸੰਗਤਾਂ ਨੂੰ, ਸਮੁੱਚੇ ਸਿੱਖ ਜਗਤ ਨੂੰ ਲੱਖ 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 ਵਧਾਈਆਂ। ਇਹ ਪਾਵਨ ਗੁਰਪੁਰਬ ਅੱਜ ਵਿਸ਼ੇਸ਼ ਤੌਰ ਤੇ ਗੁਰਦੁਆਰਾ ਸਾਹਿਬ ਮਨੇਰੂਕਾ ਟਿੱਲਾ ਵਿਖੇ ਮਨਾਇਆ ਜਾ ਰਿਹਾ ਹੈ। ਅੰਮ੍ਰਿਤ ਵੇਲੇ ਤੋਂ ਦੀਵਾਨ ਸਜੇ ਹਨ। ਦੁਪਹਿਰ ਬਾਅਦ ਤੱਕ ਇਹ ਦੀਵਾਨ ਸਜੇ ਰਹਿਣਗੇ। ਫਿਰ ਇਸੇ ਅਸਥਾਨ ਤੇ ਸ਼ਾਮ ਨੂੰ ਗੁਰਦੁਆਰਾ ਬੰਗਲਾ ਸਾਹਿਬ ਹੀ ਸੋਦਰ ਦੇ ਪਾਠ ਤੋਂ ਲੈ ਕੇ ਰਾਤ 12 ਵਜੇ ਤੱਕ ਇਹ ਪਾਵਨ ਗੁਰਪੁਰਬ ਮਨਾਇਆ ਜਾਵੇਗਾ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਭਾਈ ਸੇਵਾ ਕਰਕੇ ਹਾਜ਼ਰੀਆਂ ਭਰ ਕੇ ਗੁਰੂ ਕੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਦਸਤਗੀਰ ਹੋਏ ਪੰਜ ਪੀਰ, ਹਰ ਗੁਰ ਹਰ ਗੋਬਿੰਦ ਅਤੁਲਾ। ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹ ਪਾਤਸ਼ਾਹ ਅਤੁਲਾ। ਪਾਤਸ਼ਾਹ ਪਾਤਸ਼ਾਹ ਅਡੋਲਾ। ਬੇਸ਼ੁਮਾਰ ਅਥਾਹ, ਅਗਨਤ ਅਤੁਲਾ। ਜਿਉ ਬੁਲਾਵ ਤਿਉ ਨਾਨਕ ਦਾਸ ਬੋਲੇ। ਜਿਉ ਬੁਲਾਵ ਤਿਉ ਨਾਨਕ ਦਾਸ ਬੋਲੇ। ਸ੍ਰੀ ਵਾਹਿਗੁਰੂ ਜੀ। ਅੰਤਰ ਅਗਨ ਜਲੈ ਪੜਕਾਰੇ, ਮਨ ਮੁਖ ਤੱਕੇ ਕੁੰਡਾ ਚਾਰੇ। ਕਾਮ ਕ੍ਰੋਧ ਅਹੰਕਾਰ ਨਿਵਾਰੇ, ਤਸਕਰ ਪੰਚ ਸ਼ਬਦ ਸੰਘਾਰੇ। ਗਿਆਨ ਖੜਗ ਲੈ ਮਨ ਸਿਉ ਲੂਜੈ, ਮਨਸਾ ਮਨ ਹੈ ਸਮਾਈ ਹੈ। ਅੰਤਰ ਅਗਨ ਜਲੈ ਪੜਕਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਲਾ ਪ੍ਰੀਤਮ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਸ਼ਬਦ ਸਰੂਪ ਜੁਗੋ ਜੁਗ ਅਟਲ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਪਿਆਰੀ ਗੋਦ ਅੰਦਰ ਇਕੱਤਰ ਹੋ ਰਹੇ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਤੇ ਨਾਲ ਨਾਲ ਚੈਨਲ ਦੇ ਮਾਧਿਅਮ ਰਾਹੀਂ ਇਸ ਸਥਾਨ ਤੇ ਆਪਣੀ ਮਨ ਬਿਰਤੀ ਨੂੰ ਜੋੜ ਰਹੇ ਵੱਖ-ਵੱਖ ਦੇਸ਼ ਵਿਦੇਸ਼ ਵਿੱਚ ਬੈਠੇ ਗੁਰੂ ਕੇ ਪਿਆਰੇ, ਆਪ ਜੀ ਸਾਰੇ ਵਡਭਾਗੇ ਹੋ। ਸਤਿਗੁਰਾਂ ਦੀ ਮਹਾਨ ਬਖਸ਼ਿਸ਼, ਮਹਾਨ ਰਹਿਮਤ ਹੋ ਰਹੀ ਹੈ। ਗੁਰੂ ਕੇ ਸ਼ਬਦ ਨਾਲ, ਗੁਰੂ ਕੇ ਸਿਧਾਂਤ ਨਾਲ ਸਾਂਝ ਪਾਉਣ ਦਾ ਸੁਭਾਗਾ ਤੇ ਸ੍ਰੇਸ਼ਟ ਸਮਾਂ ਮੇਰੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਗੁਰੂ ਪਿਆਰਿਓ, ਜਿਸ ਤਰ੍ਹਾਂ ਕਿ ਆਪ ਜੀ ਜਾਣਦੇ ਹੋ, ਅੱਜ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਹੈ। ਵੱਖ-ਵੱਖ ਥਾਵਾਂ ਤੇ ਜਿੱਥੇ ਸਮੁੱਚੇ ਸੰਸਾਰ ਦੇ ਅੰਦਰ ਸੰਗਤਾਂ ਇਸ ਗੁਰਪੁਰਬ ਨੂੰ ਆਪੋ ਆਪਣੇ ਸਮੇਂ ਅਨੁਸਾਰ ਮਨਾ ਰਹੀਆਂ ਨੇ ਤੇ ਆਪ ਜੀ ਨੇ ਇੱਥੋਂ ਦੇ ਪ੍ਰੋਗਰਾਮ ਵੀ ਸਰਵਣ ਕੀਤੇ ਨੇ। ਗੁਰੂ ਪਿਆਰਿਓ, ਉਸ ਦਿਹਾੜੇ ਨੂੰ
ਅੱਜ ਆਪਾਂ ਆਪਣੇ ਮਨਾਂ ਵਿੱਚ ਤਾਜ਼ਾ ਕਰੀਏ ਤੇ ਇਸ ਪਵਿੱਤਰ ਗੁਰਪੁਰਬ ਦੀ ਆਪ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਮੇਰੇ ਸਤਿਗੁਰੂ ਕਿਰਪਾ ਕਰਨ, ਸਾਨੂੰ ਜੁੜ ਮਿਲ ਕਰਕੇ ਇਹੋ ਜਿਹੇ ਦਿਹਾੜੇ ਮਨਾਉਣ ਦਾ ਸੁਭਾਗ ਬਖਸ਼ਦੇ ਰਹਿਣ। ਆਪਣਾ ਧਿਆਨ ਅੰਮ੍ਰਿਤਸਰ ਸਾਹਿਬ ਦੀ ਧਰਤੀ ਨਗਰ ਵਡਾਲੀ ਵਿਖੇ ਲੈ ਕੇ ਜਾਈਏ, ਜਿਸ ਥਾਂ ਤੇ ਮੇਰੇ ਸਤਿਗੁਰੂ ਦਾ ਆਗਮਨ ਹੋਇਆ ਹੈ। ਸਤਿਕਾਰਯੋਗ ਮਾਤਾ ਗੰਗਾ ਜੀ ਦੇ ਉਦਰ ਤੋਂ ਸਤਿਗੁਰਾਂ ਦਾ ਪ੍ਰਕਾਸ਼ ਹੋਇਆ ਹੈ ਤੇ ਗੁਰੂ ਪਿਆਰਿਓ, ਸਤਿਗੁਰਾਂ ਦੇ ਆਗਮਨ ਦੀ ਪ੍ਰਗਟ ਹੋਣ ਦੀ ਵਧਾਈ ਗੋਲੀ ਨੇ ਆ ਕੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਦਿੱਤੀ ਹੈ। ਅੰਮ੍ਰਿਤ ਵੇਲੇ ਪ੍ਰਕਾਸ਼ ਹੋਇਆ। ਜਦੋਂ ਇਹ ਖਬਰ ਮੇਰੇ ਸਤਿਗੁਰਾਂ ਦੇ ਕੰਨਾਂ ਵਿੱਚ ਪਈ, ਸਤਿਗੁਰਾਂ ਨੇ ਸਭ ਤੋਂ ਪਹਿਲਾਂ ਪਰਮੇਸ਼ਰ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਪਰਮਾਤਮਾ ਦਾ ਆਪਣੇ ਹੀ ਮਾਨੋ ਨਿਰਗੁਣ ਰੂਪ ਦਾ ਧੰਨਵਾਦ ਕੀਤਾ ਹੈ ਤੇ ਧੰਨਵਾਦ ਦੇ ਵਿੱਚ ਸ਼ਬਦ ਉਚਾਰਨ ਕੀਤੇ ਨੇ। ਅੱਜ ਸਾਡੇ ਘਰਾਂ ਵਿੱਚ ਵੀ ਕਿਸੇ ਨੂੰ ਪੁੱਤਰ ਦੀ ਦਾਤ ਪ੍ਰਾਪਤ ਹੋਵੇ, ਖੁਸ਼ੀ ਤੇ ਗੁਰੂ ਪਿਆਰਿਓ ਸਾਰਿਆਂ ਨੂੰ ਹੁੰਦੀ ਹੈ ਪੁੱਤਰਾਂ ਨੂੰ ਪ੍ਰਾਪਤ ਕਰਕੇ ਜਾਂ ਘਰ ਵਿੱਚ ਬੱਚੇ ਦੀ ਪ੍ਰਾਪਤੀ ਦੇ ਨਾਲ। ਪਰ ਅੱਜ ਸਾਡੇ ਬਹੁਤੇ ਸਮਾਜ ਦੀ ਹਾਲਤ ਕੀ ਹੈ? ਇਹੋ ਜਿਹੇ ਖੁਸ਼ੀ ਦੇ ਸਮੇਂ ਬਹੁਤੇ ਐਸੇ ਹਨ ਜਿਹੜੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਦੀ ਥਾਂ ਤੇ ਕਈ ਵਾਰੀ ਸ਼ਰਾਬ ਦੇ ਠੇਕਿਆਂ ਵੱਲ ਦੌੜ ਪੈਂਦੇ ਨੇ, ਜਾਂ ਉਹ ਕੁਝ ਕਰਨ ਤੁਰ ਪੈਂਦੇ ਨੇ ਜੋ ਗੁਰੂ ਦੀ ਮੱਤ ਦੇ ਉਲਟ ਹੈ। ਪਰ ਸਤਿਗੁਰਾਂ ਨੇ ਸਾਨੂੰ ਇਹ ਗੱਲ ਸਿਖਾਈ ਹੈ, ਆਪਣਾ ਜੀਵਨ ਜਿਉ ਕੇ ਇਹ ਗੱਲ ਸਮਝਾਈ ਹੈ ਕਿ ਹਮੇਸ਼ਾ ਆਪਣੀ ਖੁਸ਼ੀ ਨੂੰ ਤੂੰ ਆਪਣੇ ਪ੍ਰਭੂ ਪਰਮਾਤਮਾ ਨਾਲ ਸਾਂਝੀ ਕਰਨਾ ਹੈ। ਵੈਸੇ ਤੇ ਗੁਰਸਿੱਖ ਦਾ ਦੁੱਖ ਅਤੇ ਸੁੱਖ ਦੋਵੇਂ ਹੀ ਸਤਿਗੁਰੂ ਨਾਲ ਸਾਂਝੇ ਨੇ। ਹਮੇਸ਼ਾ ਮੇਰਾ ਦੁੱਖ ਸੁੱਖ ਤੁਝ ਹੀ ਪਾਸੇ, ਇਸ ਪ੍ਰਕਾਰ ਦੀ ਭਾਵਨਾ ਗੁਰਸਿੱਖ ਦੀ ਬਣੀ ਰਹਿਣੀ ਚਾਹੀਦੀ ਹੈ। ਸਤਿਗੁਰਾਂ ਨੇ ਸ਼ੁਕਰਾਨਾ ਕੀਤਾ, ਪਾਵਨ ਪਵਿੱਤਰ ਸ਼ਬਦ ਸੋਰਠ ਰਾਗਣੀ ਵਿੱਚ ਉਚਾਰਿਆ। ਆਖਣਾ ਕੀਤਾ, ਕਹਿੰਦੇ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਪੰਨਾ, ਆਨੰਦ ਕਰਹਿ ਨਰ ਨਾਰੀ, ਹਰ ਪ੍ਰਭ ਕਿਰਪਾ ਧਾਰੀ, ਸੰਤ ਹੋ ਸੁਖ ਹੋਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ, ਰਵ ਰਹਿਆ ਸਭ ਨੀ ਜਾਈ। ਰਹਾਉ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਟਾਈ, ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਬਖਾਨਾ। ਇਸ ਢੰਗ ਨਾਲ ਪਰਮੇਸ਼ਰ ਵਾਹਿਗੁਰੂ ਦਾ ਸ਼ੁਕਰਾਨਾ ਇਸ ਸ਼ਬਦ ਰਾਹੀਂ, ਜਾਂ ਇਸੇ ਪ੍ਰਕਾਰ ਦੇ ਉਹ ਸ਼ਬਦ ਵੀ ਉਚਾਰੇ, ਸਤਿਗੁਰ ਸਾਚੈ ਦੀਆ ਭੇਦ, ਚਿਰ ਜੀਵਨ ਉਪਜਿਆ ਸੰਜੋਗ ਆਦਿ। ਤੇ ਗੁਰੂ ਪਿਆਰਿਓ, ਅਜੇ ਬਹੁਤਾ ਸਮਾਂ ਬਤੀਤ ਨਹੀਂ ਸੀ ਹੋਇਆ। ਵੈਸੇ ਕਿਸੇ ਪਰਿਵਾਰ ਦੇ ਵਿੱਚ ਆਨੰਦ ਕਾਰਜ ਤੋਂ, ਵਿਆਹ ਤੋਂ ਲੰਮਾ ਸਮਾਂ ਬਾਅਦ ਬੱਚੇ ਦੀ ਪ੍ਰਾਪਤੀ ਹੋਵੇ ਨਾ, ਬੱਚੇ ਤੇ ਸਾਰੇ ਹੀ ਪਿਆਰੇ ਨੇ, ਪਰ ਉਹ ਬੱਚਾ ਹੋਰ ਵੀ ਅੱਖੀਆਂ ਦਾ ਤਾਰਾ ਹੋਰ ਨਿਬੜਦਾ ਹੈ। ਉਹ ਸਾਰਿਆਂ ਨੂੰ ਬੜਾ ਪਿਆਰਾ ਲੱਗਦਾ ਹੈ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਵਿੱਚ ਪੁੱਤਰ ਦੀ ਦਾਤ ਕਾਫੀ ਸਮਾਂ ਉਡੀਕ ਤੋਂ ਬਾਅਦ ਹੋਈ ਹੈ। ਖੁਸ਼ੀਆਂ ਸਾਰਿਆਂ ਨੂੰ ਬਹੁਤ ਨੇ, ਸੰਗਤਾਂ ਵਧਾਈਆਂ ਦੇ ਰਹੀਆਂ ਨੇ, ਪਰ ਅਜੇ ਜ਼ਿਆਦਾ ਸਮਾਂ ਬਤੀਤ ਨਾ ਹੋਇਆ। ਘਰ ਵਿੱਚੋਂ ਪੈਦਾ ਹੋਏ ਵਿਰੋਧੀ ਵੱਡੇ ਭਰਾ ਪਿਰਥੀ ਚੰਦ ਨੇ ਬਾਲਕ ਸਰੂਪ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੇ ਜਾਨਲੇਵਾ ਹਮਲੇ ਸ਼ੁਰੂ ਕਰ ਦਿੱਤੇ ਨੇ। ਪਹਿਲਾ ਹਮਲਾ ਇੱਕ ਦਾਈ ਨੂੰ, ਖਿਡਾਉਣ ਵਾਲੀ ਮਾਈ ਨੂੰ ਕਹਿ ਲਈਏ, ਇੱਕ ਜ਼ਹਿਰ ਦੀ ਪੁੜੀ ਦੇ ਕੇ ਤੋਰਿਆ ਕਿ ਕਿਵੇਂ ਨਾ ਕਿਵੇਂ ਮੇਰੇ ਛੋਟੇ ਭਰਾ ਦੇ ਇਸ ਪੁੱਤਰ ਨੂੰ ਤੂੰ ਮਾਰ ਦੇ, ਤੈਨੂੰ ਵੱਡਾ ਇਨਾਮ ਦਿਆਂਗਾ। ਉਹਨੇ ਆਪਣੀ ਛਾਤੀ ਨੂੰ ਜ਼ਹਿਰ ਲਾ ਕੇ ਪਰਦੇ ਦੇ ਨਾਲ ਬਾਲਕ ਸਰੂਪ ਸਤਿਗੁਰੂ ਨੂੰ, ਸਾਹਿਬਜ਼ਾਦੇ ਨੂੰ ਦੁੱਧ ਪਿਆਉਣ ਦਾ ਯਤਨ ਕੀਤਾ, ਪਰ ਸਾਹਿਬਜ਼ਾਦੇ ਨੇ ਤੇ ਦੁੱਧ ਨਾ ਪੀਤਾ। ਉਸੇ ਜ਼ਹਿਰ ਦਾ ਸਦਕਾ ਇਹ ਦਾਈ ਦੀ ਮੌਤ ਜ਼ਰੂਰ ਹੋਈ ਹੈ। ਤੇ ਦੂਸਰਾ ਹਮਲਾ ਇੱਕ ਸਪੇਰੇ ਦੇ ਰਾਹੀਂ ਕੀਤਾ ਗਿਆ।
ਜ਼ਹਿਰੀਲਾ ਸੱਪ ਸਤਿਗੁਰਾਂ ਦੇ ਵਿਹੜੇ ਵਿੱਚ ਛਡਵਾਇਆ ਗਿਆ। ਸਾਹਿਬਜ਼ਾਦਾ 2 ਸਾਲ ਦਾ ਹੋ ਚੁੱਕਿਆ ਸੀ। ਖੇਡਦਿਆਂ ਹੋਇਆਂ ਇਹ ਜ਼ਹਿਰੀਲੇ ਸੱਪ ਨੂੰ ਸਿਰੀ ਤੋਂ ਪਕੜ ਕੇ ਜ਼ਮੀਨ ਤੇ ਮਸਲ ਕੇ ਇਹਦੀ ਕਲਿਆਣ ਤੇ ਕਰ ਦਿੱਤੀ, ਪਰ ਸਾਹਿਬਜ਼ਾਦੇ ਦਾ ਫਿਰ ਵੀ ਵਾਲ ਵਿੰਗਾ ਨਹੀਂ ਹੋਇਆ। ਪਰ ਪਿਰਥੀ ਚੰਦ ਨੂੰ ਸ਼ਾਂਤੀ ਕਿੱਥੇ। ਉਹਨੇ ਤੀਸਰਾ ਹਮਲਾ ਕੀਤਾ। ਇੱਕ ਘਰ ਵਿੱਚ ਨੌਕਰ ਸੀ ਬ੍ਰਾਹਮਣ ਖੜਾਵਾ, ਉਹਨੂੰ ਸੌਦਾ ਕਰਕੇ ਕੁਝ ਨਕਦ ਕੁਝ ਬਾਅਦ ਦਾ ਇਨਾਮ ਦਾ ਲਾਲਚ ਦੇ ਕੇ ਜ਼ਹਿਰ ਦੀ ਪੁੜੀ ਉਸ ਦੇ ਵੀ ਹਵਾਲੇ ਕੀਤੀ। ਉਹਨੇ ਯਤਨ ਕੀਤਾ ਸਾਹਿਬਜ਼ਾਦੇ ਨੂੰ ਜ਼ਹਿਰ ਖਵਾਉਣ ਦਾ। ਸਵਖਤੇ ਹੀ ਸਵੇਰ ਦੇ ਟਾਈਮ ਦਹੀਂ ਜਿਸ ਤਰ੍ਹਾਂ ਰੋਜ਼ਾਨਾ ਸਾਹਿਬਜ਼ਾਦੇ ਨੂੰ ਖਵਾਇਆ ਜਾਂਦਾ, ਇਹ ਦੁੱਧ ਦਹੀਂ ਵਾਲਾ ਭਾਂਡਾ ਲੈ ਕੇ ਚੁਬਾਰੇ ਵਿੱਚ ਚੜ ਗਿਆ। ਆਪਣੀ ਪੱਗ ਦੇ ਲੜ ਤੋਂ ਜ਼ਹਿਰ ਦੀ ਪੁੜੀ ਕੱਢ ਕੇ ਦਹੀਂ ਵਿੱਚ ਮਲਾਈ ਤੇ ਜ਼ਬਰਦਸਤੀ ਸਾਹਿਬਜ਼ਾਦੇ ਦੇ ਮੁਖ ਨੂੰ ਇਹ ਦਹੀਂ ਲਾਉਣ ਲੱਗਿਆ, ਪਰ ਕਿਲਕਾਰੀਆਂ ਮਾਰ ਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਤੇ ਜਿਸ ਵੇਲੇ ਜਾ ਕੇ ਵੇਖਿਆ ਇਹਦੇ ਲੱਤਾਂ ਕੰਬਣ, ਹੱਥ ਕੰਬਣ, ਪਾਪੀ ਦਾ ਪਾਪ ਉਗੜਨ ਲੱਗ ਪਿਆ। ਸੋ ਸਤਿਗੁਰਾਂ ਨੇ ਇਹਦੇ ਪਾਪ ਨੂੰ ਸਾਰਿਆਂ ਵਿੱਚ ਨੰਗਾ ਕਰਨ ਦਾ ਖਿਆਲ ਕੀਤਾ ਤੇ ਇਤਿਹਾਸ ਵਿੱਚ ਉਸ ਕੁੱਤੇ ਦਾ ਨਾਮ ਪਿਸਤਾ ਕਰਕੇ ਲਿਖਿਆ। ਉਸ ਕੁੱਤੇ ਨੂੰ ਦਹੀਂ ਖਵਾਇਆ ਗਿਆ ਤੇ ਕੁੱਤੇ ਦੀ ਦਹੀਂ ਖਾ ਕੇ ਮੌਤ ਹੋਈ ਸਾਰਿਆਂ ਦੇ ਸਾਹਮਣੇ। ਸਾਰੇ ਸਮਝ ਗਏ ਕਿ ਦਹੀਂ ਵਿੱਚ ਕੋਈ ਨਾ ਕੋਈ ਮਿਲਾਵਟ ਜ਼ਰੂਰ ਸੀ ਤੇ ਇਸ ਪਾਪੀ ਦਾ ਪਾਪ ਉਗੜਿਆ। ਤੇ ਉਸੇ ਵੇਲੇ ਸਤਿਗੁਰਾਂ ਦੀ ਐਸੀ ਖੇਡ ਵਰਤੀ, ਇਸ ਦੇ ਪੇਟ ਵਿੱਚ ਸੂਲ ਹੋਇਆ, ਤਕਲੀਫ ਹੋਈ ਤੇ ਇਹ ਦਰਦ ਨਾਲ ਬਹੁਤ ਤੜਫਣ ਲੱਗਾ, ਜ਼ਮੀਨ ਤੇ ਡਿੱਗਿਆ, ਲਿਟਣ ਲੱਗਾ ਤੇ ਤੜਫ ਤੜਫ ਕੇ ਇਹਨੇ ਪ੍ਰਾਣ ਤਿਆਗ ਦਿੱਤੇ। ਉਸ ਵੇਲੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਫਿਰ ਇੱਕ ਸ਼ਬਦ ਦੀ ਬਖਸ਼ਿਸ਼ ਕੀਤੀ, ਲੇਪ ਨ ਲਾਗੋ ਤਿਲਕਾ ਮੂਲ, ਦੁਸ਼ਟ ਬ੍ਰਾਹਮਣ ਮੁਆ ਹੋਏ ਕੈ ਸੂਲ। ਸੋ ਇਸ ਪ੍ਰਕਾਰ ਗੁਰੂ ਪਿਆਰਿਓ ਕਦੇ ਧਿਆਨ ਮਾਰ ਕੇ ਵੇਖੀਏ ਕਿ ਇੱਕ ਬੜੀ ਦੇਰ ਬਾਅਦ ਪ੍ਰਾਪਤ ਹੋਇਆ ਪੁੱਤਰ ਹੋਵੇ, ਉਹਦੇ ਉੱਤੇ ਛੋਟੀ ਉਮਰ ਦੇ ਵਿੱਚ ਹੀ ਦੋਖੀਆਂ ਵੱਲੋਂ 3 ਜਾਨਲੇਵਾ ਹਮਲੇ ਕਰ ਦਿੱਤੇ ਜਾਣ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਜਿਗਰਾ ਕਿੰਨਾ ਵਿਸ਼ਾਲ ਹੋਵੇਗਾ, ਜਿਨ੍ਹਾਂ ਨੇ ਇਹ ਸਭ ਕੁਝ ਸਹਿਜ ਵਿੱਚ ਸਹਿਣ ਕੀਤਾ ਹੈ। ਕਿਤੇ ਵੀ ਪਿਰਥੀ ਚੰਦ ਨੂੰ ਬੁਰਾ ਸ਼ਬਦ ਨਹੀਂ ਆਖਿਆ। ਇਥੋਂ ਤੱਕ ਤੇ ਭਾਵੇਂ ਪ੍ਰੇਰਣਾ ਕੀਤੀ ਕਿ ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਐਸੇ ਹੀ ਵਿਸ਼ਾਲ ਧੀਰਜ ਵਾਲੇ ਮੇਰੇ ਸਤਿਗੁਰੂ। ਗੁਰੂ ਪਿਆਰਿਓ, ਫਿਰ ਬਹੁਤਾ ਸਮਾਂ ਬਤੀਤ ਨਾ ਹੋਇਆ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹੀਦੀ ਹੋਈ। 9 ਸਾਲ ਦੀ ਉਮਰ ਦੇ ਵਿੱਚ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਗੁਰਤਾ ਗੱਦੀ ਦੀਆਂ ਜ਼ਿੰਮੇਵਾਰੀਆਂ ਸੰਭਾਲ ਲਈਆਂ ਸਨ, ਉੱਥੇ ਨਾਲ ਨਾਲ ਗੁਰੂ ਪਿਆਰਿਓ ਮੈਂ ਬੇਨਤੀ ਕਰਾਂ ਕਿ ਉਹਨਾਂ ਨੇ ਇਸ ਸੰਸਾਰ ਨੂੰ ਇੱਕ ਬਹੁਤ ਵੱਡਾ, ਇਹ ਕਹੀਏ ਕਿ ਨਵਾਂ ਸਿਧਾਂਤ ਦੁਨੀਆ ਦੇ ਸਾਹਮਣੇ, ਵਿਲੱਖਣ ਸਿਧਾਂਤ ਦੁਨੀਆ ਦੇ ਸਾਹਮਣੇ ਰੱਖਿਆ। ਇੱਕ ਅੰਗਰੇਜ਼ ਵਿਦਵਾਨ ਇਹ ਗੱਲ ਲਿਖਦਾ ਹੈ, ਕਹਿੰਦਾ ਦ ਡੈਥ ਆਫ ਗੁਰੂ ਅਰਜਨ ਇਜ਼ ਦਾ ਗ੍ਰੇਟ ਟਰਨਿੰਗ ਪੁਆਇੰਟ ਆਫ ਦਾ ਸਿੱਖ ਹਿਸਟਰੀ। ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹੀਦੀ ਸਿੱਖ ਇਤਿਹਾਸ ਵਿੱਚ ਇੱਕ ਵੱਡਾ ਮੋੜ ਸਾਬਤ ਹੋਈ ਹੈ। ਉਹ ਮੋੜ ਕੀ ਸੀ ਕਿ ਮਾਲਾ ਵਾਲੇ ਹੱਥ ਤਲਵਾਰਾਂ ਦੇ ਮੁੱਠਾਂ ਤੇ ਚਲੇ ਗਏ ਨੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ ਹੈ। ਇਹ ਰਚਨਾ ਕੇਵਲ ਕਿਸੇ ਇਮਾਰਤ ਜਾਂ ਕਿਸੇ ਥੜੇ ਦਾ ਹੀ ਨਿਰਮਾਣ ਨਹੀਂ ਸੀ। ਅਸਲ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਦੁਨੀਆ ਵਾਸਤੇ ਇੱਕ ਬਹੁਤ ਵੱਡਾ, ਇਹ ਕਹੀਏ ਨਵਾਂ ਸਿਧਾਂਤ ਸੀ, ਵਿਲੱਖਣ ਸਿਧਾਂਤ ਸੀ। ਇਹ ਜਿਸ ਤਰ੍ਹਾਂ ਇਹਦਾ ਨਾਮ ਅਕਾਲ ਦੇ ਨਾਮ ਤੇ ਰੱਖਿਆ ਗਿਆ, ਉੱਥੇ ਇਹਦੇ ਮਰਜ਼ਾਦਾ, ਇੱਥੋਂ ਦੇ ਫੈਸਲੇ ਵੀ ਵਿਲੱਖਣ ਸਾਬਤ ਹੋ ਨਿਬੜੇ ਨੇ। ਸੋ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਬਾਰੇ ਇਤਿਹਾਸਕਾਰ ਲਿਖਦੇ ਨੇ, ਕਿਸੀ ਰਾਜ ਨਹਿ ਹਾਥ ਲਗਾਇਓ, ਬੁੱਢਾ ਔ ਗੁਰਦਾਸ ਬਣਾਇਓ। ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ ਹੈ, ਕਿਸੇ ਹੋਰ ਕਾਰੀਗਰ ਨੂੰ ਇਹਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਇੱਥੇ ਧਿਆਨ ਮਾਰ ਕੇ ਵੇਖਣਾ ਗੁਰੂ ਪਿਆਰਿਓ, ਤੁਸੀਂ ਇੱਕ ਅਰਦਾਸ ਕਰਦੇ ਹੋ, ਸਾਰਾ ਪੰਥ ਇਹ ਅਰਦਾਸ ਰੋਜ਼ਾਨਾ ਆਪਣੇ ਨਿਤਨੇਮ ਵਿੱਚ ਕਰਦਾ ਹੈ, ਸਤਿਗੁਰੂ ਜੀ ਆਪ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਇਹ ਮਨ ਨੀਵਾਂ ਅਤੇ ਮਤ ਉੱਚੀ ਆਪਸ ਵਿੱਚ ਬੜੀ ਸਾਂਝ ਰੱਖਦੇ ਨੇ। ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਤੁਸੀਂ ਕਰਦੇ ਹੋ,
ਜੇ ਉਥੋਂ ਦੇ ਜੋਗਰਾਫੀਏ ਨੂੰ ਆਪ ਜੀ ਵੇਖੋਗੇ, ਭੂਗੋਲਿਕ ਬਣਤਰ ਨੂੰ ਆਪ ਜੀ ਵੇਖੋਗੇ, ਸ੍ਰੀ ਹਰਿਮੰਦਰ ਸਾਹਿਬ ਦੀ ਬਣਤਰ ਇਰਦ ਗਿਰਦ ਨਾਲੋਂ ਨੀਵੇਂ ਥਾਂ ਤੇ ਹੈ, ਨਿਮਾਣ ਵਿੱਚ ਬਣਿਆ ਹੈ। ਜਦ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਬਣਤਰ ਨੂੰ ਜਦੋਂ ਆਪਾਂ ਵੇਖਦੇ ਹਾਂ, ਇਰਦ ਗਿਰਦ ਨਾਲੋਂ ਉੱਚਾ ਹੈ। ਇਹਦੇ ਵਿੱਚ ਇੱਕ ਭੇਦ ਛੁਪਿਆ, ਸਿਧਾਂਤ ਛੁਪਿਆ ਹੈ। ਜਿਸ ਤਰ੍ਹਾਂ ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਮਨ ਨੀਵਾਂ ਮਤ ਉੱਚੀ। ਗੁਰੂ ਪਿਆਰਿਓ, ਇੱਕ ਹੋਰ ਬੇਨਤੀ ਕਰਾਂ, ਕਦੇ ਤਰਾਜੂ ਦੇ ਦੋ ਪਾਲੜੇ ਆਪ ਜੀ ਵੇਖਦੇ ਹੋ, ਉਹ ਪਾਲੜਿਆਂ ਦਾ ਇੱਕ ਨਿਯਮ ਹੈ ਕਿ ਅਗਰ ਇੱਕ ਪਾਲੜਾ ਨੀਵਾਂ ਹੋ ਜਾਵੇ ਤੇ ਦੂਸਰਾ ਪਲੜਾ ਆਪਣੇ ਆਪ ਉੱਚਾ ਉੱਠਦਾ ਹੈ। ਅਗਰ ਦੂਸਰਾ ਪਲੜਾ ਨੀਵਾਂ ਹੋ ਜਾਵੇ ਤੇ ਪਹਿਲਾ ਪਲੜਾ ਉੱਚਾ ਉੱਠ ਜਾਂਦਾ ਹੈ। ਇਹ ਮਨ ਅਤੇ ਮਤ ਦੋਵਾਂ ਦਾ ਇਸ ਤਰ੍ਹਾਂ ਦਾ ਕੁਝ ਬੈਲੈਂਸ ਹੈ। ਅਗਰ ਕਿਸੇ ਦਾ ਮਨ ਨੀਵਾਂ ਹੋ ਜਾਵੇ, ਉਹਦੀ ਮਤ ਨੇ ਉੱਚੀ ਹੋ ਜਾਣਾ ਹੈ, ਤੇ ਜਿਹਦੀ ਮਤ ਉੱਚੀ ਹੋ ਜਾਵੇ, ਭਾਵ ਬੁੱਧੀ ਦਾ ਹੰਕਾਰ ਹੋ ਜਾਵੇ, ਆਪਣੀ ਸਿਆਣਪ ਦਾ, ਤੇ ਗੁਰੂ ਪਿਆਰਿਓ ਉਹਦੇ ਮਨ ਨੇ ਹੰਕਾਰ ਨਾਲ ਭਰ ਜਾਣਾ ਹੈ। ਸੋ ਇਹ ਇਕੱਠੇ ਐਸੇ ਤੁਲਨਾ ਵਿੱਚ ਰਹਿੰਦੇ ਨੇ, ਤੇ ਸਤਿਗੁਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਸੰਕੇਤ ਸਾਨੂੰ ਦਿੱਤਾ ਹੈ। ਮੇਰੇ ਗੁਰਦੇਵ ਆਖਦੇ ਨੇ ਕਿ ਭਾਈ, ਜਦੋਂ ਤੂੰ ਪਰਮਾਤਮਾ ਨਾਲ, ਵਾਹਿਗੁਰੂ ਨਾਲ ਇਬਾਦਤ ਦੀ ਸਾਂਝ ਪਾਉਣੀ ਹੈ, ਬੰਦਗੀ ਤੂੰ ਕਰਨੀ ਹੈ, ਤੂੰ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਨੀਵੀਂ ਥਾਂ ਤੇ ਬੈਠ, ਭਾਵ ਆਪਣੇ ਮਨ ਨੂੰ ਨੀਵਾਂ ਕਰ ਲੈ, ਅੰਤਰਮੁਖੀ ਕਰ ਲੈ। ਤੂੰ ਇਸ ਤਰ੍ਹਾਂ ਹਰੀ ਦੇ ਮੰਦਰ ਦੀ ਮਰਜ਼ਾਦਾ ਨੂੰ ਹਾਸਲ ਕਰਕੇ ਉਸ ਸੱਚਖੰਡ ਹਰਿਮੰਦਰ ਵਿੱਚ ਪਹੁੰਚ ਜਾਵੇਂਗਾ। ਕਦੇ ਧਿਆਨ ਨਾਲ ਵੇਖਣਾ, ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕਦੇ ਆਪ ਜੀ ਨੂੰ ਵਿਰਾਜਣ ਦਾ ਮੌਕਾ ਮਿਲੇ, ਉੱਥੇ ਬੈਠ ਕੇ ਕੀਰਤਨ ਦੀਆਂ ਧੁਨਾਂ ਆਪ ਦੇ ਕੰਨਾਂ ਵਿੱਚ ਪੈ ਰਹੀਆਂ ਹੋਣ, ਤੇ ਕੁਦਰਤੀ ਉਹਦੀ ਬਣਤਰ ਐਸੀ ਹੈ, ਆਪ ਦਾ ਧਿਆਨ ਕਿਤੇ ਬਾਹਰ ਨਹੀਂ ਖਿੰਡਦਾ ਹੈ। ਇਹ ਕਹੀਏ ਕਿ ਹਰਿਮੰਦਰ ਸਾਹਿਬ ਦੀ ਬਣਤਰ ਤੋਂ ਬਾਹਰ ਕਿਤੇ ਨਹੀਂ ਜਾਵੇਗਾ। ਪਰ ਦੂਸਰੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ, ਜਦੋਂ ਕਿਤੇ ਆਪ ਜੀ ਵਿਰਾਜੋਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲ ਮੁਖ ਕਰਕੇ, ਤੇ ਉਸ ਵੇਲੇ ਗੁਰੂ ਪਿਆਰਿਓ, ਤੁਹਾਡਾ ਜਿਹੜਾ ਧਿਆਨ ਹੈ ਜਾਂ ਨਜ਼ਰ ਹੈ ਨਾ, ਉਹ ਸੁਤੇ ਸਿੱਧ ਸ੍ਰੀ ਹਰਿਮੰਦਰ ਸਾਹਿਬ ਵੱਲ ਜਾਏਗੀ। ਅੰਦਰੋਂ ਹੀ ਨਜ਼ਰ ਦਰਸ਼ਨੀ ਡਿਊਟੀ ਵੱਲ ਜਾ ਰਹੀ ਹੋਵੇਗੀ। ਇਹ ਬੜਾ ਇੱਕ ਸੰਕੇਤ ਹੈ ਕਿ ਗੁਰਸਿੱਖਾ, ਜਦੋਂ ਤੂੰ ਰੱਬ ਨਾਲ ਜੁੜ ਰਿਹਾ ਹੈ, ਫਿਰ ਤੂੰ ਅੰਤਰਮੁਖੀ ਹੋ ਜਾ, ਦੁਨੀਆ ਵੱਲੋਂ ਧਿਆਨ ਨੂੰ ਮੋੜ ਲੈ, ਤੇ ਜਦੋਂ ਤੂੰ ਆਪਣੀ ਕੋਈ ਰਾਜਨੀਤਿਕ, ਸਮਾਜਿਕ ਜਾਂ ਕਿਸੇ ਤਰ੍ਹਾਂ ਦਾ ਵਿਚਾਰ ਫੈਸਲਾ ਕਰਨਾ ਹੈ, ਉਸ ਵੇਲੇ ਤੂੰ ਉੱਚਾ ਉੱਠ ਜਾ, ਮਤ ਨੂੰ ਉੱਚੀ ਚੁੱਕ ਲੈ, ਸ੍ਰੀ ਅਕਾਲ ਤਖਤ ਸਾਹਿਬ ਤੇ ਆ ਜਾ। ਪਰ ਇੱਕ ਗੱਲ ਦਾ ਖਿਆਲ ਰੱਖੀ, ਸ੍ਰੀ ਅਕਾਲ ਤਖਤ ਸਾਹਿਬ ਤੇ ਬੈਠ ਕੇ ਜਦੋਂ ਕੋਈ ਫੈਸਲਾ ਤੂੰ ਲੈਣਾ ਹੈ, ਗੁਰਮਤਾ ਤੂੰ ਕਰਨਾ ਹੈ, ਉਸ ਵੇਲੇ ਵੀ ਤੇਰਾ ਧਿਆਨ ਇਬਾਦਤ, ਬੰਦਗੀ, ਭਾਵ ਸ੍ਰੀ ਹਰਿਮੰਦਰ ਸਾਹਿਬ ਵੱਲ ਹੋਣਾ ਚਾਹੀਦਾ ਹੈ। ਕਿਤੇ ਉਸ ਹਰੀ ਦੇ ਮੰਦਰ ਨੂੰ, ਕਿਤੇ ਤੂੰ ਆਪਣੀ ਨਿਮਰਤਾ ਨੂੰ, ਬੰਦਗੀ ਵਾਲੇ ਪੱਖ ਨੂੰ ਭੁੱਲ ਕੇ ਕੋਈ ਫੈਸਲਾ ਨਾ ਲੈ ਬੈਠੀ। ਸੋ ਇਹ ਸਿਧਾਂਤ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਸੋ ਗੁਰੂ ਪਿਆਰਿਓ, ਜੇ ਉਹਨਾਂ ਦੇ ਜੀਵਨ ਦੀ ਗੱਲ ਕਰੀਏ, ਜੀਵਨ ਤੇ ਬੜਾ ਲੰਮੇਰਾ ਹੈ। ਮੈਂ ਕੇਵਲ ਆਪ ਜੀ ਨੂੰ ਇੰਨੇ ਕੁ ਸ਼ਬਦਾਂ ਨਾਲ ਹੀ ਖਿਮਾ ਮੰਗਣ ਦੀ ਕੋਸ਼ਿਸ਼ ਕਰਾਂਗਾ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸਾਨੂੰ, ਸਮਾਜ ਨੂੰ ਇੱਕ ਵਿਲੱਖਣ ਸੇਧ ਦਿੰਦਿਆਂ, ਜਿਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਆਖਿਆ ਹੈ, ਕਹਿੰਦੇ, ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜੁਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ। ਕਾਇਆ ਪਲਟੀ ਹੈ, ਇਸ ਕਾਇਆ ਦੇ ਪਲਟਣ ਨਾਲ ਨਵਾਂ ਚਿਹਰਾ ਤੇ ਭਾਵੇਂ ਸਾਹਮਣੇ ਆਇਆ, ਪਰ ਜੋਤ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਹੈ। ਤੇ ਉਸ ਸ਼ਾਨੋ ਸ਼ੌਕਤ ਨੂੰ ਤੱਕਦਿਆਂ ਹੋਇਆਂ, ਗੁਰੂ ਸਾਹਿਬ ਦੇ ਜਾਹੋ ਜਲਾਲ ਨੂੰ ਤੱਕਦਿਆਂ ਹੋਇਆਂ, ਉਸ ਵੇਲੇ ਦੇ ਜਿਹੜੇ ਬੁਲਾਏ ਗਏ ਢਾਡੀ ਨੱਥਾ ਤੇ ਅਬਦੁਲ ਨੇ ਜਿਹੜੀ ਬਾਰ ਪੜ੍ਹੀ ਹੈ, ਤੁਸੀਂ ਬਹੁਤ ਵਾਰੀ ਤੁਹਾਡੇ ਕੰਨਾਂ ਤੱਕ ਇਹ ਪਹੁੰਚੀ ਹੋਵੇਗੀ। ਉਹ ਆਖਦੇ ਨੇ, ਕਹਿੰਦੇ, ਦੋ ਤਲਵਾਰੀ ਵਧੀਆਂ, ਮੀਰੀ ਪੀਰੀ ਦੀਆਂ ਤਲਵਾਰਾਂ ਦਾ ਜ਼ਿਕਰ ਕਰਕੇ ਇੱਥੋਂ ਗੱਲ ਭਗਤੀ ਸ਼ਕਤੀ ਤੋਂ ਸ਼ੁਰੂ ਕਰਦੇ ਨੇ। ਸਤਿਗੁਰੂ ਜੀ ਆਪ ਦੇ ਸਰੀਰ ਦੇ ਉੱਤੇ ਧਾਰਨ ਕੀਤੀਆਂ ਹੋਈਆਂ ਦੋ ਤੇਗਾਂ, ਇਹ ਮੀਰੀ ਅਤੇ ਪੀਰੀ ਦਾ ਸੰਕੇਤ ਨੇ। ਦੋ ਤਲਵਾਰੀ ਵਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰੂਹਾਨੀ ਸ਼ਕਤੀਆਂ ਦਾ ਪ੍ਰਤੀਕ ਹੈ, ਦੂਸਰੀ ਰਾਜਸੀ ਸ਼ਕਤੀ ਦਾ ਪ੍ਰਤੀਕ ਹੈ। ਇਹ ਸੁਮੇਲ ਹੈ ਦੋਨਾਂ ਦੇ ਵਿੱਚ। ਪੋਜ਼ਿਟਿਵ ਨੈਗੇਟਿਵ ਨੂੰ ਜਿੰਨਾ ਚਿਰ ਇਕੱਠਾ ਨਾ ਕਰੀਏ ਗੁਰੂ ਪਿਆਰਿਓ, ਪੋਜ਼ਿਟਿਵ ਦੀ ਸ਼ਕਤੀ ਪ੍ਰਗਟ ਨਹੀਂ ਹੋ ਸਕਦੀ ਹੈ। ਜਦੋਂ ਨੈਗੇਟਿਵ ਨੇ ਨਾਲ ਆ ਕੇ ਜੁੜਨਾ ਹੈ ਤੇ ਪੋਜ਼ਿਟਿਵ ਨੇ ਪ੍ਰਕਾਸ਼ ਕਰਨਾ ਹੈ ਆਪਣੀ ਸ਼ਕਤੀ ਦਾ, ਆਪਣੀ એનર્ਜੀ ਦਾ। ਬਿਲਕੁਲ ਇਸੇ ਤਰ੍ਹਾਂ ਹੈ,
ਜਿੰਨਾ ਚਿਰ ਦੋਏ ਪੱਖ ਇਕੱਠੇ ਨਹੀਂ ਚੱਲ ਕੇ ਸਾਹਮਣੇ ਆਉਂਦੇ ਕਿਸੇ ਵੀ એનર્ਜੀ ਊਰਜਾ ਸ਼ਕਤੀ ਦਾ ਪ੍ਰਗਟਾ ਨਹੀਂ ਜੇ ਹੁੰਦਾ ਹੈ। ਸੋ ਗੁਰੂ ਸਾਹਿਬ ਨੇ ਦੋਵੇਂ ਚੀਜ਼ਾਂ ਨੂੰ ਦੋਵਿਆਂ ਨੂੰ ਇਕੱਠਿਆਂ ਇੱਕੋ ਥਾਂ ਤੇ ਲੈ ਕੇ ਆਂਦਾ। ਇੱਕ ਰੂਹਾਨੀ ਸ਼ਕਤੀਆਂ ਦਾ ਪ੍ਰਤੀਕ ਹੈ, ਦੂਸਰੇ ਪਾਸੇ ਰਾਜਸੀ ਸ਼ਕਤੀ ਦਾ ਪ੍ਰਤੀਕ ਹੈ। ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟ ਗੜ। ਸਤਿਗੁਰੂ ਜੀ ਆਪ ਦੀਆਂ ਬਾਹਾਂ ਵਿੱਚ ਇੰਨਾ ਬਲ ਜਿਵੇਂ ਇੱਕ ਕਿਲੇ ਦੀਆਂ ਦੀਵਾਰਾਂ ਹੋਣ, ਕੋਟ ਗੜ ਮਾਨੋ ਇੱਕ ਕਿਲਾ ਉਸਰਿਆ ਹੋਵੇ, ਇੰਨੀ ਮਜ਼ਬੂਤੀ ਆਪ ਦੇ ਬਾਹੂਬਲ ਦੇ ਵਿੱਚ ਵੀ ਹੈ। ਹਿੰਮਤ ਬਾਹਾਂ ਕੋਟ ਗੜ, ਦਰਵਾਜ਼ਾ ਵਲਖ ਵਖੀਰ ਦੀ, ਨਾਲ ਸਿਪਾਹੀ ਨੀਰ ਨਲ, ਨਾਲ ਦੁਸ਼ਟਾਂ ਕਰੇ ਚਗੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਗੁਰੂ ਪਿਆਰਿਓ, ਦਸਤਾਰ ਦਾ, ਸਾਡੀ ਪਗੜੀ ਦਾ ਇਤਿਹਾਸ ਬੜਾ ਮਹਾਨ ਹੈ। ਤੇ ਉਸ ਵੇਲੇ ਜਿਹੜਾ ਨੱਥਾ ਤੇ ਅਬਦੁਲ ਆਪਣੀ ਕਵਿਤਾ ਵਾਰ ਲਿਖਦੇ ਨੇ ਨਾ, ਉਹਦੇ ਵਿੱਚ ਪੱਗ ਦਾ ਹਵਾਲਾ ਵਿਸ਼ੇਸ਼ ਤੌਰ ਤੇ ਦਿੰਦੇ ਨੇ। ਇੱਕ ਪਾਸੇ ਇਸ ਦਿੱਲੀ ਦੇ ਤਖਤੇ ਤੌਸ ਤੇ ਬੈਠਣ ਵਾਲਾ ਜਹਾਂਗੀਰ, ਦੂਸਰੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਤੇ ਬਿਰਾਜਣ ਵਾਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਦੋਨਾਂ ਦੇ ਸਿਰਾਂ ਤੇ ਪਗੜੀਆਂ ਨੇ। ਅੱਜ ਦਾ ਸਮਾਜ ਤੇ ਪਗੜੀ ਦੇ ਇਤਿਹਾਸ ਨੂੰ ਭੁੱਲ ਰਿਹਾ ਹੈ। ਪੁਰਾਤਨ ਸਮੇਂ ਵਿੱਚ ਸਾਰੀਆਂ ਕੌਮਾਂ ਵਿੱਚ ਲਗਭਗ ਪਗੜੀ ਦੀ ਰਵਾਇਤ ਰਹੀ ਹੈ। ਰਹੋ ਵਿਚਾਰ, ਮੈਂ ਇਸ ਪਾਸੇ ਨਾ ਜਾਵਾਂ। ਪਰ ਅਬਦੁਲ ਕਹਿੰਦਾ, ਮਹਾਰਾਜ ਤੁਹਾਡੀ ਪਗੜੀ ਦੀ ਜਿਹੜੀ ਸ਼ਾਨੋ ਸ਼ੌਕਤ ਹੈ, ਸੋਭਾ ਹੈ ਨਾ, ਇਹਦੇ ਮੁਕਾਬਲੇ ਜਹਾਂਗੀਰ ਦੀ ਪਗੜੀ ਕੀ ਹੈ? ਗੱਲ ਹੀ ਕੀ ਹੈ? ਉਹਦਾ ਮੁਕਾਬਲਾ ਕੀ ਹੈ? ਇਸ ਤਰ੍ਹਾਂ ਇਸ ਪ੍ਰਕਾਰ ਗੁਰੂ ਸਾਹਿਬ ਦੀ ਸ਼ਾਨੋ ਸ਼ੌਕਤ ਦਾ ਪ੍ਰਗਟਾਵਾ ਕੀਤਾ ਹੈ। ਸੋ ਗੁਰੂ ਪਿਆਰਿਓ, ਅੱਜ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦਾ ਆਪਾਂ ਗੁਰਪੁਰਬ ਮਨਾ ਰਹੇ ਹਾਂ। ਤੇ ਨਾਲ ਦੀ ਨਾਲ ਆਓ ਚਲਦੀ ਹੋਈ ਗੁਰ ਸ਼ਬਦ ਦੀ ਵਿਚਾਰ ਤੇ ਵੀ ਆਪਣਾ ਧਿਆਨ ਆਪਾਂ ਕੇਂਦਰਿਤ ਕਰੀਏ। ਕੱਲ ਦੇ ਪਦ ਵਿੱਚ ਵਿਚਾਰ ਹੋਈ ਸੀ, ਦੂਜੀ ਦੁਰਮਤ ਅੰਨੀ ਬੋਲੀ, ਕਾਮ ਕ੍ਰੋਧ ਕੀ ਕੱਚੀ ਚੋਲੀ। ਜਦੋਂ ਕਿਸੇ ਮਨੁੱਖ ਦੇ ਹਿਰਦੇ ਅੰਦਰ ਦੁਰਮਤ ਪੈਦਾ ਹੁੰਦੀ ਹੈ, ਦਵੈਸ਼ ਪੈਦਾ ਹੁੰਦੀ ਹੈ, ਖੋਟੇ ਖਿਆਲ ਪੈਦਾ ਹੁੰਦੇ ਨੇ, ਸਤਿਗੁਰੂ ਕਹਿੰਦੇ ਉਹ ਮਨੁੱਖ ਅੰਨਾ ਤੇ ਬੋਲਾ ਹੋ ਨਿਬੜਦਾ ਹੈ। ਨਾ ਉਹ ਸੱਚ ਨੂੰ ਵੇਖ ਸਕਦਾ, ਨਾ ਉਹ ਸੱਚ ਨੂੰ ਸੁਣ ਸਕਦਾ ਹੈ, ਜਾਂ ਸੱਚ ਨੂੰ ਵੇਖਦਿਆਂ ਹੋਇਆਂ ਵੀ ਉਹ ਅਣਦੇਖਿਆ ਕਰ ਰਿਹਾ ਹੈ, ਤੇ ਸੱਚ ਨੂੰ ਸੁਣਦਿਆਂ ਹੋਇਆਂ ਵੀ ਉਹ ਅਣਸੁਣਿਆ ਕਰ ਰਿਹਾ ਹੈ। ਤੇ ਕਾਮ ਕ੍ਰੋਧ ਕੀ ਕੱਚੀ ਚੋਲੀ, ਇਹ ਜਿਸ ਤਰ੍ਹਾਂ ਗੁਰੂ ਪਿਆਰਿਓ ਆਪਾਂ ਸਰੀਰ ਤੇ ਚੋਲਾ ਜਾਨੀ ਕਿ ਬਸਤਰ ਪਹਿਨਦੇ ਆ ਸਰੀਰ ਦੀ ਪੱਤ ਨੂੰ ਢੱਕਣ ਵਾਸਤੇ, ਤੇ ਸਤਿਗੁਰੂ ਕਹਿੰਦੇ ਮਨੁੱਖ ਆਪਣੀ ਪੱਤ ਨੂੰ ਢੱਕਣ ਵਾਸਤੇ ਕਿਤੇ ਨਾਮ ਦਾ ਚੋਲਾ ਪਹਿਨ ਲਵੇ, ਇਸ ਦੁਨੀਆ ਦੇ ਵਿੱਚੋਂ ਇਸ ਚੋਲੇ ਨੂੰ ਪਹਿਨ ਕੇ ਜਾਵੇ। ਜਿਸ ਤਰ੍ਹਾਂ ਗੁਰਦੇਵ ਆਖਦੇ ਨੇ, ਕਹਿੰਦੇ ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ, ਧੂੜ ਤਿਨਾ ਕੀ ਜੇ ਮਿਲੇ ਜੀ ਕਹੋ, ਨਾਨਕ ਕੀ ਅਰਦਾਸ। ਇੱਕ ਤੇ ਬੰਦਗੀ ਦਾ ਚੋਲਾ ਆਤਮਾ ਨੂੰ ਪਹਿਨਾ ਕਰਕੇ ਇਸ ਦੁਨੀਆ ਵਿੱਚੋਂ ਲੈ ਕੇ ਜਾਣਾ ਹੈ, ਫਿਰ ਉਹਨਾਂ ਦੀ ਪਰਲੋਕ ਵਿੱਚ ਪੱਤ ਢਕੀ ਜਾਂਦੀ ਹੈ। ਚੱਲਿਆ ਪੱਤ ਸਿਓ ਜਨਮ ਸਵਾਰ, ਵਾਜਾ ਵਾਈ ਸੀ, ਮਾਨਸ ਕਿਆ ਵਿਚਾਰਾ, ਤਿਹ ਲੋਕ ਸੁਣਾਈ ਸੀ। ਇਸ ਪ੍ਰਕਾਰ ਉਹ ਦੁਨੀਆ ਤੋਂ ਇੱਜ਼ਤ ਨਾਲ ਜਾਂਦੇ ਨੇ। ਪਰ ਇਸ ਪੰਕਤੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਐ ਇਨਸਾਨ, ਐ ਬੰਦਿਆ, ਐ ਦੁਰਮਤ ਧਾਰੀਆ, ਤੂੰ ਕਾਮ ਅਤੇ ਕ੍ਰੋਧ ਦੀ ਇੱਕ ਕੱਚੀ ਜੀ ਚੋਲੀ ਪਹਿਨ ਲਈ ਹੈ, ਕੱਚਾ ਜਾਂ ਮਾਮੂਲੀ ਜਿਹਾ ਇਹ ਪਰਦਾ ਕਰ ਲਿਆ, ਪਰ ਅਸਲ ਵਿੱਚ ਇਹਨੇ ਤੇਰੀ ਪੱਤ ਨਹੀਂ ਜੇ ਟਕਣੀ ਹੈ। ਤੇਰੀ ਪੱਤ ਨੰਗੀ ਹੋ ਜਾਣੀ ਹੈ ਲੋਕ ਪਰਲੋਕ ਵਿੱਚ, ਤੇਰੇ ਪਾਪ ਉਗੜ ਜਾਣੇ ਨੇ ਲੋਕ ਪਰਲੋਕ ਵਿੱਚ। ਤੇਰਾ ਪਰਦਾ ਅਨਕ ਪਰਦੇ ਮਹਿ ਕਮਾਬ ਹੈ ਬੇਕਾਰ, ਖਿਨ ਮਹਿ ਪ੍ਰਗਟ ਹੋਏ ਸੰਸਾਰ। ਬੇਕਾਰ ਤੇ ਦੁਨੀਆ ਤੋਂ ਨਹੀਂ ਲੁਕਾਏ ਜਾ ਸਕਦੇ, ਤੂੰ ਪ੍ਰਭੂ ਤੋਂ ਕਿਵੇਂ ਲੁਕਾ ਸਕੇਗਾ। ਤੇ ਸਤਿਗੁਰਾਂ ਨੇ ਅਗਲੇ ਸ਼ਬਦ ਵਿੱਚ ਜਾਣੀ ਕਿ ਪਦ ਵਿੱਚ ਇਸੇ ਪ੍ਰਕਰਨ ਨੂੰ ਅੱਗੇ ਲੈ ਕੇ ਤੁਰਦਿਆਂ ਹੋਇਆਂ ਬਖਸ਼ਿਸ਼ਾਂ ਕੀਤੀਆਂ ਨੇ। ਆਓ ਪਿਆਰ ਦੇ ਨਾਲ ਸਰਵਣ ਕਰੀਏ। ਪਿਆਰ ਨਾਲ ਕਹਿ ਦਿਓ, ਸਤਨਾਮ ਸ੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ। ਅੰਤਰ ਅਗਨ ਜਲੈ ਪੜਕਾਰੇ, ਕਾਮ ਕ੍ਰੋਧ ਆਦਿਕ ਵਿਸ਼ੇ ਵਿਕਾਰਾਂ ਦੀ ਸਤਿਗੁਰੂ ਕਹਿੰਦੇ ਅੰਦਰ ਅੱਗ ਬਲ ਰਹੀ ਹੈ। ਹੁਣ ਬਾਹਰ ਦੁਨੀਆ ਦੀ ਅੱਗ ਆਪਾਂ ਤਕਰੀਬਨ ਸਮੇਂ ਅਨੁਸਾਰ ਕਈ ਵਾਰੀ ਵੇਖਦੇ ਹੋ ਤੁਸੀਂ। ਅੱਗ ਦੇ ਲੱਛਣ ਕੀ ਨੇ? ਇੱਕ ਤੇ ਅੱਗ ਜੇ ਅੰਦਰ ਬਲਦੀ ਹੋਵੇ, ਕਿਸੇ ਇਮਾਰਤ ਵਿੱਚ ਅੱਗ ਬਲ ਰਹੀ ਹੈ,
ਤੇ ਉਸ ਅੱਗ ਦਾ ਧੂਆਂ ਬਾਹਰ ਜ਼ਰੂਰ ਨਜ਼ਰ ਆਉਂਦਾ ਹੈ। ਅੱਗ ਚਾਹੇ ਲਾਟ ਨਜ਼ਰ ਨਾ ਵੀ ਆਵੇ, ਪਰ ਧੂਆਂ ਦੱਸ ਦਿੰਦਾ ਕਿ ਅੰਦਰ ਕਿਤੇ ਨਾ ਕਿਤੇ ਅੱਗ ਲੱਗੀ ਹੈ। ਜੇ ਕਿਤੇ ਅੱਗ ਜ਼ਿਆਦਾ ਫੈਲ ਜਾਵੇ, ਕਿਸੇ ਇਮਾਰਤ ਨੂੰ ਅੱਗ ਲੱਗ ਜਾਵੇ, ਤੇ ਇਹ ਵੀ ਤੁਸੀਂ ਵੇਖਦੇ ਹੋ ਕਿ ਉਸ ਇਮਾਰਤ ਦੇ ਜਿੰਨੀਆਂ ਵੀ ਤਾਕੀਆਂ, ਦਰਵਾਜ਼ੇ ਹਨ, ਖਿੜਕੀਆਂ ਹਨ, ਉਹਨਾਂ ਸਾਰਿਆਂ ਵਿੱਚੋਂ ਵੱਡੀਆਂ ਵੱਡੀਆਂ ਲਾਟਾਂ ਬਾਹਰ ਨੂੰ ਪ੍ਰਗਟ ਹੋ ਜਾਂਦੀਆਂ ਨੇ। ਤੇ ਮਕਾਨ ਦੀ ਲੱਗੀ ਅੱਗ ਇਸ ਤਰ੍ਹਾਂ ਲਾਟਾਂ ਬਾਹਰ ਨੂੰ ਕੱਢਦੀ ਪਈ ਹੈ। ਹਿਰਦੇ ਦੇ ਅੰਦਰ ਲੱਗੀ ਇਹ ਵਿਸ਼ੇ ਵਿਕਾਰਾਂ ਦੀ ਅੱਗ, ਇਹਦੇ ਜਿਹੜੇ 9 ਦਰਵਾਜ਼ੇ ਨੇ, ਇਹਨਾਂ ਦੁਆਰਾ ਇਹਦੀਆਂ ਲਾਟਾਂ ਗੁਰਮੁਖੋਂ ਬਾਹਰ ਨਿਕਲਦੀਆਂ ਨੇ। ਕਦੇ ਅੱਖਾਂ ਦੁਆਰਾ ਲਾਟ ਬਾਹਰ ਆਉਂਦੀ ਹੈ, ਲਾਲ ਪੀਲੀਆਂ ਅੱਖਾਂ ਕਰਕੇ ਕਿਸੇ ਵੱਲ ਵੇਖਦਾ ਹੈ, ਕਦੇ ਵਿਸ਼ਈ ਨਜ਼ਰ ਦੇ ਨਾਲ ਕਿਸੇ ਵੱਲ ਵੇਖਦਾ ਹੈ, ਕਦੇ ਜ਼ਬਾਨ ਦੁਆਰਾ ਅੰਦਰਲੀ ਅੱਗ ਪ੍ਰਗਟ ਹੁੰਦੀ ਹੈ, ਕਿਸੇ ਨੂੰ ਕੌੜਾ ਬੋਲਦਾ, ਕਿਸੇ ਨੂੰ ਈਰਖਾ ਵਿੱਚ ਬੋਲਦਾ, ਕਦੇ ਨਿੰਦਿਆ ਕਰਦਿਆਂ ਬੋਲਦਾ ਹੈ। ਕਦੇ ਇਹ ਅੱਗ ਕੰਨਾਂ ਦੁਆਰਾ ਲਾਟਾਂ ਬਾਹਰ ਦਿਸਦੀਆਂ ਨੇ। ਇਹ ਵਿਸ਼ੇ ਵਿਕਾਰਾਂ ਵਾਲੇ ਲੱਚਰ ਗੀਤ ਸੁਣਦਾ ਜਾਂ ਇਹ ਅਸ਼ਲੀਲ ਗੱਲਾਂ ਨੂੰ ਸੁਣਨ ਦਾ ਬੜਾ ਇੱਛਕ ਹੈ। ਇਸ ਪ੍ਰਕਾਰ ਅੰਦਰਲੀ ਵਿਸ਼ੇ ਵਿਕਾਰਾਂ ਦੀ ਅੱਗ ਦੇ ਭਾਂਬੜ ਇਸ ਸਰੀਰ ਦੇ ਦਰਵਾਜ਼ਿਆਂ ਵਿੱਚੋਂ ਮਾਨੋ ਬਾਹਰ ਪ੍ਰਗਟ ਹੋ ਰਹੀ ਹੈ। ਅੱਗ ਦਾ ਇੱਕ ਹੋਰ ਪੱਖ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ ਸਾਨੂੰ। ਸਤਿਗੁਰੂ ਕਹਿੰਦੇ ਜੈਸੀ ਅਗਨ ਉਦਰ ਮਹਿ। ਇਹ ਪੰਕਤੀਆਂ ਜਦੋਂ ਪੜ੍ਹੋਗੇ ਨਾ, ਉਹਦੇ ਵਿੱਚ ਇੱਕ ਇਸ਼ਾਰਾ ਕੀਤਾ, ਕਹਿੰਦੇ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ। ਇਹ ਮੈਕੀ ਅੱਗ ਜਿਹੜੀ ਵਿਸ਼ਈ ਅੱਗ ਹੈ ਨਾ, ਇਹਦੇ ਅੱਗ ਵਿੱਚ, ਬਾਹਰਲੀ ਅੱਗ ਵਿੱਚ ਕੋਈ ਖਾਸ ਫਰਕ ਨਹੀਂ, ਇੱਕੋ ਜਿਹੇ ਲੱਛਣ ਨਜ਼ਰ ਆਉਂਦੇ ਨੇ। ਬਾਹਰਲੀ ਅੱਗ ਬਾਹਰੋਂ ਸਾੜ ਰਹੀ ਹੈ, ਅੰਦਰਲੀ ਅੱਗ ਬੰਦੇ ਨੂੰ ਸਾੜੇ ਵਿੱਚ ਅੰਦਰੋਂ ਸਾੜੀ ਜਾ ਰਹੀ ਹੈ। ਇਹ ਤ੍ਰਿਸ਼ਨਾ ਦੇ ਭਾਂਬੜ ਅੰਦਰ ਬਲ ਰਹੇ ਨੇ, ਨਹੀਂ ਬੁਝਦੇ। ਯਤਨ ਅਨੇਕਾਂ ਕਰਕੇ ਵੀ ਗੁਰੂ ਪਾਤਸ਼ਾਹ ਨੇ ਇੱਕ ਹੋਰ ਵੀ ਇਸ਼ਾਰਾ ਸਾਨੂੰ ਕੀਤਾ ਹੈ। ਸਤਿਗੁਰੂ ਕਹਿੰਦੇ ਦੁਨੀਆ ਦੇ ਜਿੰਨੇ ਰੋਗ ਨੇ, ਉਹ ਹਮੇਸ਼ਾ ਮੌਤ ਨੂੰ ਚੇਤੇ ਕਰਵਾਉਂਦੇ ਨੇ। ਖਿਮਾ ਕਰਨਾ, ਕਿਸੇ ਨੂੰ ਲਾ ਇਲਾਜ ਬਿਮਾਰੀ ਲੱਗਦੀ ਹੈ ਨਾ, ਬਿਮਾਰੀ ਲੱਗਦਿਆਂ ਸਾਰ ਮੌਤ ਚੇਤੇ ਆਉਂਦੀ ਹੈ। ਵਾਹਿਗੁਰੂ ਨਾ ਕਰੇ ਕਿਸੇ ਪ੍ਰਾਣੀ ਨੂੰ ਕੈਂਸਰ ਵਰਗਾ ਜਦੋਂ ਰੋਗ ਲੱਗਦਾ ਹੈ, ਬਸ ਡਾਕਟਰਾਂ ਦੇ ਕਹਿਣ ਦਿਆਂ ਸਾਰ ਤੁਰੰਤ ਹੀ ਡਾਕਟਰ ਅਜੇ ਕਹਿ ਹੀ ਰਹੇ ਨੇ ਕਿ ਇਸ ਨੂੰ ਭਿਆਨਕ ਬਿਮਾਰੀ ਲੱਗੀ ਹੈ, ਸੁਣਨ ਵਾਲਾ ਕੋਈ ਸੰਬੰਧੀ ਉਹਦੇ ਸਾਹਮਣੇ ਮੌਤ ਆ ਕੇ ਖੜੀ ਹੋ ਜਾਂਦੀ ਹੈ। ਅਜੇ ਕੈਂਸਰ ਸ਼ਬਦ ਕਿਹਾ ਵੀ ਭਾਵੇਂ ਚੰਗੀ ਤਰ੍ਹਾਂ ਨਾ ਹੋਵੇ। ਦੁਨੀਆ ਦੇ ਜਿੰਨੇ ਵੀ ਰੋਗ ਨੇ, ਕੋਈ ਵੀ ਭਿਆਨਕ ਰੋਗ ਹੋਵੇ, ਹਮੇਸ਼ਾ ਗੁਰੂ ਪਿਆਰਿਓ ਮੌਤ ਨੂੰ ਚੇਤੇ ਕਰਵਾਉਂਦਾ ਹੈ। ਪਰ ਜਿਹੜੀ ਅੰਦਰਲੀ ਅੱਗ, ਅੰਦਰਲਾ ਇਹ ਰੋਗ ਹੈ ਤ੍ਰਿਸ਼ਨਾ ਦਾ, ਇਹ ਕਿਸੇ ਨੂੰ ਲੱਗ ਜਾਵੇ, ਸਤਿਗੁਰੂ ਕਹਿੰਦੇ ਇਹ ਮੌਤ ਨੂੰ ਭੁਲਾ ਦਿੰਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰਿਆ। ਜਿਸ ਬੰਦੇ ਨੂੰ ਇਹ ਅੰਦਰਲਾ ਰੋਗ ਲੱਗਦਾ ਨਾ, ਸਭ ਤੋਂ ਪਹਿਲਾ ਲੱਛਣ ਹੀ ਇਹ ਹੈ ਕਿ ਉਹਨੂੰ ਮੌਤ ਭੁੱਲ ਜਾਂਦੀ ਹੈ। ਅੰਦਰਲੀ ਅੱਗ ਦੇ ਲੱਛਣ ਬੜੇ ਭਿਆਨਕ ਨੇ। ਸਤਿਗੁਰੂ ਕਹਿੰਦੇ ਜਿਹੜਾ ਮਨਮੁਖ ਬਿਰਤੀ ਵਾਲਾ ਹੈ, ਜਿਹੜਾ ਦੂਜੀ ਦੁਰਮਤ ਦੇ ਵਿੱਚ ਵਸ ਰਿਹਾ ਹੈ, ਜੀ ਰਿਹਾ ਹੈ, ਜਿਹੜਾ ਵਿਸ਼ੇ ਵਿਕਾਰਾਂ ਦੀ ਜ਼ਿੰਦਗੀ ਵਿੱਚ ਵਿਸ਼ਵਾਸ ਰੱਖ ਰਿਹਾ ਹੈ, ਉਹ ਜਿਹੜਾ ਵੀ ਪ੍ਰਾਣੀ ਕੋਈ ਹੈ, ਉਹਦੇ ਇਹ ਲੱਛਣ ਨੇ ਕਿ ਉਹਦੇ ਅੰਦਰੋਂ ਅੱਗ ਭੜਕ ਭੜਕ ਕੇ ਉੱਠ ਰਹੀ ਹੈ, ਇਹ ਵਿਸ਼ੇ ਵਿਕਾਰਾਂ ਦੀ। ਅੱਗੇ ਬਖਸ਼ਿਸ਼ ਕਰਦੇ ਹਨ, ਮਨਮੁਖ ਤੱਕੇ ਕੁੰਡਾ ਚਾਰੇ। ਮਨਮੁਖ ਜਿਹੜਾ ਮਾਇਕੀ ਬਿਰਤੀ ਵਾਲਾ, ਮਾਇਆਧਾਰੀ ਬਿਰਤੀ ਵਾਲਾ ਬੰਦਾ, ਉਹ ਚਾਰੇ ਕੁੰਡਾਂ ਨੂੰ ਤੱਕਦਾ ਹੈ। ਵੈਸੇ ਤੇ ਸਾਰੇ ਹੀ ਤੱਕਦੇ ਨੇ ਚਾਰੇ ਕੁੰਡਾਂ ਨੂੰ, ਪਰ ਦ੍ਰਿਸ਼ਟੀ ਵਿੱਚ ਬਹੁਤ ਫਰਕ ਹੈ। ਮਨਮੁਖ ਕੇਵਲ ਮਾਇਆ ਦੀ ਪ੍ਰਾਪਤੀ ਵਾਸਤੇ ਕੁੰਡਾਂ ਨੂੰ ਤੱਕਦਾ ਹੈ। ਕਿਹੜੇ ਦੇਸ਼ ਦੀ ਕਰੰਸੀ ਕਿੰਨੀ ਕੁ ਮਹਿੰਗੀ ਹੈ, ਅਗਰ ਕਿਤੇ ਮੇਰਾ ਬਿਜ਼ਨਸ ਉੱਥੇ ਤੱਕ ਪਹੁੰਚ ਜਾਵੇ, ਮੇਰੀ ਕਮਾਈ ਵਿੱਚ ਹੋਰ ਚੋਖਾ ਵਾਧਾ ਹੋ ਜਾਵੇ। ਚਾਰੇ ਕੁੰਡਾਂ ਤੱਕ ਰਿਹਾ ਨਾ, ਵਰਲਡ ਵਾਈਡ ਦੇਖ ਰਿਹਾ ਕਿ ਕਿੱਥੇ ਜਾ ਕੇ ਮੈਂ 4 ਪੈਸੇ ਵਧੀਆ ਕਮਾ ਸਕਾਂ। ਇਸ ਤਰ੍ਹਾਂ ਮਨਮੁਖ ਦੀ ਬਿਰਤੀ ਹੈ, ਉਹ ਚਾਰੇ ਕੁੰਡਾਂ ਨੂੰ ਤੱਕਦਾ ਮਾਇਆ ਦੀ ਪ੍ਰਾਪਤੀ ਵਾਸਤੇ। ਤੱਕਦਾ ਗੁਰਮੁਖ ਵੀ ਹੈ। ਉਹ ਕੀ ਤੱਕਦਾ? ਕਹਿੰਦਾ ਮੈਂ ਚਾਰੇ ਕੁੰਡਾਂ ਭਾਲੀਆਂ, ਤੁਧ ਜੈਵੜ ਨਾ ਸਾਈਆਂ। ਉਹ ਸਾਰੇ ਸੰਸਾਰ ਵੱਲ ਨਜ਼ਰ ਮਾਰ ਕੇ
ਇਹ ਨਹੀਂ ਵੇਖਦਾ ਕਿ ਕਿੱਥੇ ਦਾ ਜੀਵਨ ਪੱਧਰ ਬਹੁਤਾ ਸੁੱਖਾਂ ਵਾਲਾ ਹੈ, ਕਿੱਥੋਂ ਦੀ ਮਾਇਆ ਬੜੀ ਮਹਿੰਗੀ ਹੈ, ਕਰੰਸੀ ਦੀ ਕੀਮਤ ਜ਼ਿਆਦਾ ਹੈ। ਉਹ ਵੇਖਦਾ ਕਿ ਸਤਿਗੁਰੂ ਜੀ ਮੈਂ ਹਰ ਪਾਸੇ ਨਜ਼ਰ ਮਾਰ ਕੇ ਵੇਖੀ, ਤੁਹਾਡੇ ਬਿਨਾ ਮੈਨੂੰ ਦੂਜਾ ਕੋਈ ਨਜ਼ਰ ਹੀ ਨਹੀਂ ਆ ਰਿਹਾ ਹੈ। ਹਰ ਥਾਂ ਤੁਹਾਡਾ ਰੂਪ ਨਜ਼ਰ ਆ ਰਿਹਾ ਹੈ। ਉਹਨਾਂ ਦੀਆਂ ਅੱਖਾਂ ਵਿੱਚੋਂ ਤ੍ਰਿਸ਼ਨਾ ਦੇ ਭਾਂਬੜ ਨਹੀਂ, ਉਹਨਾਂ ਦੀਆਂ ਅੱਖਾਂ ਕੀ ਵੇਖਦੀਆਂ ਨੇ? ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋਤ ਤਰੀ, ਹਰ ਬਿਨ ਅਵਰ ਨ ਦੇਖੋ ਕੋਈ, ਹਰ ਬਿਨ ਅਵਰ ਨ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਵੀ ਸੰਸਾਰ ਤੁਮ ਦੇਖਦੇ, ਜਿਹੜਾ ਸੰਸਾਰ ਇੱਕ ਪਾਸਿਓਂ ਵੇਖੀਏ ਤੇ ਵਿਸ਼ੇ ਵਿਕਾਰਾਂ ਦਾ ਸਮੂਹ ਹੈ, ਪਰ ਐਂਗਲ ਬਦਲ ਕੇ ਵੇਖੀਏ, ਸਤਿਗੁਰੂ ਕਹਿੰਦੇ ਆਪਣਾ ਦ੍ਰਿਸ਼ਟੀਕੋਣ ਬਦਲ ਕੇ ਵੇਖੇਗਾ, ਇਹੋ ਹਰ ਕਾ ਰੂਪ ਹੈ। ਇਹਦੇ ਵਿੱਚੋਂ ਤੂੰ ਰੱਬ ਵੀ ਵੇਖ ਸਕਦਾ ਹੈ। ਤੇਰੀ ਦ੍ਰਿਸ਼ਟੀ ਦਾ ਫਰਕ ਹੈ। ਆ ਕਿਤੇ ਗਲਾਸਿਸ ਐਨ ਕਿਸੇ ਬੰਦੇ ਨੇ ਰੰਗਦਾਰ ਲਾਈ ਹੋਵੇ ਨਾ, ਉਹਦੇ ਸ਼ੀਸ਼ਿਆਂ ਦਾ ਜਿਹੋ ਜਿਹਾ ਸ਼ੇਡ ਹੋਵੇ ਤੇ ਸੰਸਾਰ ਵੀ ਉਹੋ ਜਿਹਾ ਦਿਸੀ ਜਾਂਦਾ ਹੈ। ਐਨਕ ਦਾ ਰੰਗ ਕਾਲਾ ਹੋਵੇ ਤੇ ਸੰਸਾਰ ਵਿੱਚ ਕਾਲਸ ਨਜ਼ਰ ਆਏਗੀ। ਕਿਤੇ ਤੁਸੀਂ ਹਰੇ ਰੰਗ ਦੇ ਸ਼ੀਸ਼ਿਆਂ ਵਾਲੀ ਐਨਕ ਲਾ ਕੇ ਵੇਖੋਗੇ, ਸੰਸਾਰ ਹਰਾ ਭਰਾ ਨਜ਼ਰ ਆਏਗਾ। ਰੰਗ ਬਦਲ ਲਿਓਗੇ, ਸੰਸਾਰ ਦਾ ਰੰਗ ਬਦਲ ਜਾਵੇਗਾ। ਕਿਤੇ ਐਨਕ ਦੇ ਸ਼ੀਸ਼ੇ ਰੰਗ ਤੋਂ ਰਹਿਤ ਹੋਣ, ਸਾਫ਼ ਹੋਣ, ਫਿਰ ਉਹ ਸੱਚ ਨਜ਼ਰ ਆਵੇਗਾ ਜਿਹੜਾ ਅਸਲੀ ਰੰਗ ਹੈ। ਫਿਰ ਪ੍ਰਤੀਬਿੰਬ ਵਿੱਚ ਕੋਈ ਤਬਦੀਲੀ ਨਹੀਂ ਆਵੇਗੀ। ਸੋ ਗੁਰਮੁਖ ਪਿਆਰਿਆਂ ਦੀ ਨਜ਼ਰ ਦਾ ਦ੍ਰਿਸ਼ਟੀਕੋਣ ਜਿਹੜਾ ਹੈ, ਸਾਈਟ ਐਂਗਲ ਜਿਹੜਾ ਹੈ, ਗੁਰੂ ਪਿਆਰਿਓ, ਉਹਦੇ ਵਿੱਚ ਕੋਈ ਸੰਸਾਰੀ ਰੰਗ ਨਹੀਂ, ਸੰਸਾਰੀ ਪ੍ਰਭਾਵ ਨਹੀਂ ਹੈ। ਉਹ ਸੱਚ ਵੇਖ ਰਿਹਾ, ਰੰਗ ਤੋਂ ਰਹਿਤ ਹੋ ਕੇ, ਨਿਊਟਰਲ ਹੋ ਕੇ ਵੇਖ ਰਿਹਾ। ਜਦੋਂ ਇਸ ਨਜ਼ਰੀਏ ਨਾਲ ਸੰਸਾਰ ਨੂੰ ਵੇਖਦਾ ਹੈ, ਫਿਰ ਸੰਸਾਰ ਦੇ ਰੰਗ ਬਰੰਗੇ ਜੀਵਨ ਜਿਹੜੇ ਨੇ ਪਿੱਛੇ ਹਟ ਜਾਂਦੇ ਨੇ। ਉਹਨਾਂ ਦੇ ਅੰਦਰਲੀ ਆਤਮਾ ਜੋ ਸੱਚ ਹੈ, ਅਸਲੀ ਰੰਗ ਨਜ਼ਰ ਆਉਣ ਲੱਗ ਪੈਂਦਾ ਹੈ। ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਕਦੋਂ ਆਉਂਦਾ? ਕਹਿੰਦੇ ਸਤਿਗੁਰ ਮਿਲਿਆ, ਦਿਵ ਦ੍ਰਿਸ਼ਟ ਹੋਈ। ਜਿੰਨਾ ਚਿਰ ਗੁਰੂ ਦਾ ਮਿਲਾਪ ਨਹੀਂ ਹੁੰਦਾ, ਉਹਨਾਂ ਚਿਰ ਦ੍ਰਿਸ਼ਟੀ ਵਿੱਚ ਦਿਵਤਾ ਨਹੀਂ ਆਉਂਦੀ, ਸੱਚ ਨਜ਼ਰ ਨਹੀਂ ਆਏਗਾ। ਜਦ ਸਤਿਗੁਰੂ ਦਾ ਮਿਲਾਪ ਹੋ ਗਿਆ, ਗੁਰੂ ਵਾਲਾ ਤੂੰ ਬਣ ਗਿਆ, ਤੈਨੂੰ ਗੁਰੂ ਪਾਤਸ਼ਾਹ ਨੇ ਤੇਰੀ ਅੱਖਾਂ ਦਾ ਮੋਤੀਆਦ ਕਰ ਦਿੱਤਾ ਦੂਰ, ਤੇਰੀ ਨਜ਼ਰ ਨੂੰ ਕਰ ਦਿੱਤਾ ਸਾਫ਼, ਫਿਰ ਤੈਨੂੰ ਸੱਚ ਹੀ ਨਜ਼ਰ ਆਏਗਾ, ਪ੍ਰਭੂ ਹੀ ਨਜ਼ਰ ਆਏਗਾ। ਪਰ ਮਨਮੁਖ ਵੇਖਦਾ, ਚਾਰੇ ਕੁੰਡਾਂ ਵੱਲ ਨਜ਼ਰ ਮਾਰ ਕੇ ਉਹ ਭੜਕਦਾ ਹੈ, ਉਹਦੇ ਅੰਦਰਲੀ ਅੱਗ ਭੜਕਦੀ ਹੈ। ਦੁਨੀਆ ਨੂੰ ਵੇਖ ਕੇ ਨਕਦੀ ਰੂਪ ਦੇ ਵਿੱਚ ਵੀ ਭਟਕਦਾ ਹੈ, ਵਿਸ਼ੇ ਵਿਕਾਰਾਂ ਦੀ ਦੁਨੀਆ ਵੱਲ ਤੱਕਦਾ ਤੇ ਫਿਰ ਮਨ ਭਟਕਦਾ ਹੈ। ਸੋ ਖਾਣ ਪੀਣ ਦਾ ਸੰਸਾਰ ਜਿਹੜਾ ਹੈ, ਪਦਾਰਥਾਂ ਦੇ ਸੰਸਾਰ, ਭੋਜਨ ਦੇ ਸੰਸਾਰ ਵੱਲ ਨੂੰ ਬੜਾ ਦੌੜਦਾ ਹੈ। ਸੋ ਇਸ ਪ੍ਰਕਾਰ ਮਨਮੁਖ ਦੀ ਬਿਰਤੀ ਹੈ। ਬਿਨ ਸਤਿਗੁਰ ਸੇਵੇ ਕਿਉ ਸੁਖ ਪਾਈਐ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦਿਆਂ ਆਖਦੇ ਨੇ, ਕਹਿੰਦੇ ਗੁਰੂ ਦੀ ਸੇਵਾ ਤੋਂ ਬਿਨਾਂ ਕਿਤੇ ਸੁਖ ਨਹੀਂ ਹੈ। ਹੁਣ ਹਰ ਬੰਦਾ ਸੁਖ ਦੀ ਦੌੜ ਵਿੱਚ ਹੈ। ਸੁਖ ਦੀ ਪ੍ਰਾਪਤੀ ਵਾਸਤੇ ਸੁਖ ਦੇ ਸਾਧਨ ਇਕੱਠੇ ਕਰਨ ਵਿੱਚ ਲੱਗਿਆ ਹੋਇਆ ਹੈ। ਮੇਰੀ ਕੋਠੀ ਬੜੀ ਵਧੀਆ ਹੋਵੇ, ਉਹਦੇ ਵਿੱਚ 에ਅਰ ਕੰਡੀਸ਼ਨ ਸਮੇਂ ਅਨੁਸਾਰ, ਗਰਮੀ ਅਨੁਸਾਰ, ਸਰਦੀ ਅਨੁਸਾਰ ਪ੍ਰਬੰਧ ਹੋਵੇ, ਹਰ ਫੈਸਿਲਿਟੀ ਹੋਵੇ, ਹਰ ਬੈਡਰੂਮ ਦੇ ਵਿੱਚ LED, ਹਰ ਬੈਡਰੂਮ ਦੇ ਵਿੱਚ ਹਰ ਸਹੂਲਤ। ਇਹ ਇਸ ਤਰ੍ਹਾਂ ਵਧੀਆ ਜੀ ਕੋਠੀ ਬਣਾ ਲਵਾਂ ਤੇ ਸ਼ਾਇਦ ਮੈਂ ਸੁਖੀ ਹੋ ਜਾਵਾਂਗਾ। ਕਾਰ ਲਗਜ਼ਰੀ ਹੋਵੇ, ਵਧੀਆ ਕਾਰ ਹੋਵੇ ਤੇ ਮੈਂ ਬੜਾ ਸੁਖ ਵਿੱਚ ਰਹਾਂਗਾ, ਆਉਣ ਜਾਣ ਦਾ ਸੁਖ ਵੱਧ ਜਾਵੇਗਾ ਇਤਿਆਦਿਕ। ਇਹ ਤੇ ਉਦਾਹਰਨਾਂ ਨੇ ਗੁਰਮੁਖੋ। ਮਨੁੱਖ ਸੁਖ ਦੀ ਪ੍ਰਾਪਤੀ ਵਾਸਤੇ ਸੁਖਾਂ ਦੇ ਸਾਧਨ ਇਕੱਠੇ ਕਰੀ ਜਾਂਦਾ ਸਾਰੀ ਜ਼ਿੰਦਗੀ। ਖਿਮਾ ਕਰਨਾ, ਪਰ ਜ਼ਰੂਰੀ ਨਹੀਂ ਸੁਖਾਂ ਦੇ ਸਾਧਨ ਸਾਰੇ ਮੌਜੂਦ ਹੋਣ ਫਿਰ ਵੀ ਬੰਦਾ ਸੁਖੀ ਹੋਵੇ। ਇਹ ਵੀ ਤੇ ਹੋ ਸਕਦਾ ਨਾ, ਸਾਰੇ ਸੁਖ ਮੌਜੂਦ ਹੋਣ ਪਰ ਬੰਦੇ ਨੂੰ ਭਾਵੇਂ ਸਰੀਰਕ ਸੁਖ ਕੋਲ ਨੇ, ਭਾਵੇਂ ਕੋਠੀ ਬਹੁਤ ਸੋਹਣੀ ਹੈ, ਭਾਵੇਂ ਕਾਰ ਕੋਲ ਸੋਹਣੀ ਹੈ, ਹੋਰ ਵੀ ਸਹੂਲਤਾਂ ਪਾਸ ਨੇ, ਪਰ ਸਰੀਰ ਨੂੰ ਕੋਈ ਰੋਗ ਲੱਗ ਗਿਆ, ਉਹਦੇ ਸਾਰੇ ਸੁਖ ਦੁੱਖਾਂ ਵਰਗੇ ਹੀ ਹੋ ਨਿਬੜਦੇ ਨੇ। ਕੈਨੇਡਾ ਦੇ ਵਿੱਚ ਇੱਕ ਪਰਿਵਾਰ ਵਿੱਚ ਇੱਕ ਗੁਰਮੁਖ ਪਿਆਰੇ ਸ੍ਰੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹਜ਼ੂਰੀ ਰਾਗੀ ਮੈਨੂੰ ਇੱਕ ਗੱਲ ਦੱਸ ਰਹੇ ਸੀ ਕੈਨੇਡਾ ਦੀ, ਮੈਂ ਵੀ ਉੱਥੇ ਸੀ। ਕਹਿੰਦੇ ਅਸੀਂ ਇੱਕ ਪਰਿਵਾਰ ਵਿੱਚ ਗਏ ਤੇ ਪਰਿਵਾਰ ਵਿੱਚ ਜਦੋਂ ਗਏ ਨਾ,
ਉਹਨਾਂ ਨੇ ਜਲ ਪਾਣੀ ਤੇ ਛਕਾਉਣਾ ਸੀ। ਸਤਿਕਾਰ ਵਜੋਂ ਗੁਰਮੁਖ ਪਿਆਰਿਆਂ ਦਾ ਸਾਰੇ ਸਤਿਕਾਰ ਕਰਦੇ ਨੇ। ਕਹਿੰਦੇ ਬਾਅਦ ਵਿੱਚ ਉਹ ਜਿਹੜਾ ਘਰ ਦਾ ਮਾਲਕ ਸੀ ਸਾਨੂੰ ਆਪਣਾ ਘਰ ਵਿਖਾਉਣ ਲੱਗ ਪਿਆ ਤੇ ਵਿਖਾਉਂਦਿਆਂ ਉਹ ਆਪਣੇ ਬੈੱਡਰੂਮ ਵਿੱਚ ਲੈ ਗਿਆ ਤੇ ਆਪਣੇ ਬੈੱਡਰੂਮ ਵਿੱਚ ਲਿਜਾ ਕੇ ਉਹਨੇ ਆਖਿਆ ਕਿ ਆ ਮੇਰਾ ਬੈੱਡਰੂਮ ਹੈ ਤੇ ਆ ਜਿਹੜਾ ਇਹਦੇ ਵਿੱਚ ਬੈੱਡ ਪਿਆ ਨਾ, ਇਹ ਮੇਰੇ ਬੇਟੇ ਨੇ ਮੈਨੂੰ ਮੇਰੇ ਜਨਮ ਦਿਨ ਤੇ ਤੋਹਫਾ ਦਿੱਤਾ ਹੈ, ਗਿਫਟ ਕੀਤਾ ਹੈ। ਉਹਨਾਂ ਦੇ ਦੱਸਣ ਮੁਤਾਬਕ ਉਹ ਦੱਸ ਰਹੀ ਸੀ, ਕਹਿੰਦੇ ਬੈੱਡ ਬੜਾ ਵਾਕਈ ਕੀਮਤੀ ਸੀ ਤੇ ਉਹਨਾਂ ਦੇ ਕੈਲਕੂਲੇਟ ਕਰਕੇ ਇੰਡੀਅਨ ਕਰੰਸੀ ਵਿੱਚ ਉਹਦੀ ਕੀਮਤ ਕੱਢੀ। ਉਹਦੇ ਦੱਸਣ ਅਨੁਸਾਰ ਉਸ ਵੇਲੇ, ਅੱਜ ਤੋਂ ਤਕਰੀਬਨ 10 ਸਾਲ ਪਹਿਲਾਂ ਦੀ ਗੱਲ ਹੋਵੇਗੀ, ਉਸ ਵੇਲੇ 7 ਲੱਖ ਰੁਪਇਆ ਉਸ ਬੈੱਡ ਦੀ ਕੀਮਤ ਬਣਦੀ ਸੀ। ਉਹ ਬੜੇ ਮਾਣ ਨਾਲ ਦੱਸ ਰਿਹਾ ਸੀ ਕਿ ਮੇਰਾ ਬੈੱਡ ਬੜਾ ਵਧੀਆ, ਮੇਰੇ ਪੁੱਤਰ ਨੇ ਮੈਨੂੰ ਗਿਫਟ ਕੀਤਾ ਹੈ। ਭਾਈ ਸਾਹਿਬ ਕਹਿਣ ਲੱਗੇ, ਕਹਿੰਦੇ ਸਾਡੀ ਇੱਕ ਨਜ਼ਰ ਉਸੇ ਕਮਰੇ ਵਿੱਚ ਹੇਠਾਂ ਵਿਛੀ ਹੋਈ ਦਰੀ ਤੇ ਪੈ ਗਈ, ਔਰ ਦਰੀ ਵੀ ਬੜੀ ਸਾਦੀ ਜਿਹੀ, ਇੰਡੀਆ ਦੀ ਬਣਤਰ ਵਾਲੀ ਦਰੀ ਉੱਥੇ ਵਿਛਾਈ ਹੋਈ। ਕਹਿੰਦੇ ਮੈਂ ਪੁੱਛ ਬੈਠਿਆ ਕਿ ਭਾਈ ਸਾਹਿਬ ਕਮਰਾ ਬੜਾ ਸੋਹਣਾ ਹੈ, ਬੈੱਡ ਤੁਹਾਡਾ ਉਸ ਤੋਂ ਵੀ ਵੱਧ ਕੇ ਸੋਹਣਾ ਹੈ, ਪਰ ਆ ਬੜੀ ਸਿੰਪਲ ਜੀ ਦਰੀ ਇਹਦੇ ਵਿੱਚ ਤੁਸੀਂ ਵਿਛਾ ਰੱਖੀ ਹੈ, ਇਹਦਾ ਕਾਰਨ ਕੀ? ਕਹਿੰਦਾ ਸੱਚ ਇਹ ਹੈ ਕਿ ਮੈਨੂੰ ਬੈਕਬੋਨ ਦੀ ਪ੍ਰੋਬਲਮ ਹੈ, ਰੀੜ੍ਹ ਦੀ ਹੱਡੀ ਦਾ ਦਰਦ ਰਹਿੰਦਾ ਹੈ, ਇਸ ਕਰਕੇ ਮੈਂ ਬੈੱਡ ਤੇ ਸੌ ਨਹੀਂ ਸਕਦਾ, ਮੈਂ ਹੇਠਾਂ ਜ਼ਮੀਨ ਤੇ ਦਰੀ ਵਿਛਾ ਕੇ ਸੌਂਦਾ ਹਾਂ। ਗੁਰੂ ਪਿਆਰਿਓ, ਸੁੱਖ ਦਾ ਸਾਧਨ ਕੋਲ ਹੋਵੇ, ਸਤਿਗੁਰੂ ਦੀ ਰਹਿਮਤ ਨਾਲ ਨਾ ਵਰਤੇ, ਉਹ ਸੁੱਖ ਵੀ ਵਿਅਰਥ ਹੋ ਕੇ ਰਹਿ ਜਾਂਦੇ ਨੇ, ਸਾਧਨ ਸਾਰੇ ਵਿਅਰਥ ਹੋ ਕੇ ਰਹਿ ਜਾਂਦੇ ਨੇ। ਸਭ ਤੋਂ ਵੱਡਾ ਸੁੱਖ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ। ਕਹਿੰਦੇ ਜੋ ਸੁਖ ਕੋ ਚਾਹੈ ਸਦਾ ਸਰਨ ਰਾਮ ਕੀ ਲੇ, ਜੋ ਸੁਖ ਕੋ ਚਾਹੈ ਸਦਾ ਸਰਨ ਰਾਮ ਕੀ ਲੇ, ਜੋ ਸੁਖ ਕੋ ਚਾਹੈ ਸਦਾ ਸਰਨ ਰਾਮ ਕੀ ਲੇ, ਜੋ ਸੁਖ ਕੋ ਚਾਹੈ ਸਦਾ ਸਰਨ ਰਾਮ ਕੀ ਲੇ। ਸਤਿਗੁਰੂ ਕਹਿੰਦੇ ਸੁਖਦਾਇਕ ਪਦਾਰਥਾਂ ਵਿੱਚ ਸੁਖ ਨਹੀਂ, ਜੇ ਸੁਖ ਹੈ ਤੇ ਰੱਬ ਦੀ ਸ਼ਰਨ ਵਿੱਚ ਹੈ। ਤੂੰ ਵਾਹਿਗੁਰੂ ਦੀ ਸ਼ਰਨ ਤੱਕ ਲੈ, ਫਿਰ ਤੂੰ ਸੁਖੀ ਹੋ ਜਾਵੇਂਗਾ। ਬਾਹਰਲਾ ਸੁਖ ਭਾਵੇਂ ਤੇਰੇ ਕੋਲ ਕੋਈ ਵੀ ਨਾ ਹੋਵੇ ਤੇ ਭਾਵੇਂ ਤੇਰੀ ਹਾਲਤ ਕੰਗਾਲਾਂ ਵਾਲੀ ਬਾਹਰਲੀ ਕਿਉਂ ਨਾ ਹੋਵੇ, ਫਿਰ ਤੂੰ ਸੁਖਾਂ ਵਿੱਚ ਬਸੇਂਗਾ। ਪਦਾਰਥ ਕੋਈ ਵੀ ਕੋਲ ਨਾ ਹੋਵੇ, ਤੂੰ ਸੁਖਾਂ ਵਿੱਚ ਹੋਵੇਂਗਾ। ਸਰੀਰ ਦੇ ਦੁੱਖ ਵੀ ਤੈਨੂੰ ਸਤਾ ਨਹੀਂ ਸਕਣਗੇ। ਸਾਡੇ ਇਤਿਹਾਸ ਵਿੱਚ, ਸ਼ਹੀਦਾਂ ਦੇ ਇਤਿਹਾਸ ਵਿੱਚ ਇਹ ਨਿਰਣਾ ਹੁੰਦਾ ਹੈ ਕਿ ਜੇ ਗੁਰੂ ਕਾ ਪਿਆਰਾ ਅੰਦਰੋਂ ਗੁਰੂ ਨਾਲ ਜੁੜਿਆ ਹੈ, ਅੰਦਰ ਉਹਦੇ ਹਿਰਦੇ ਵਿੱਚ ਸੁਖ ਵਸ ਗਿਆ ਨਾ, ਫਿਰ ਆਰੇ ਦੇ ਹੇਠਾਂ ਖੜੇ ਨੂੰ ਵੀ ਦੁੱਖ ਨਹੀਂ ਜੇ ਲੱਗ ਰਿਹਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਭਾਵੇਂ ਉਹਦਾ ਬੰਦ ਵੀ ਕੱਟਿਆ ਜਾ ਰਿਹਾ, ਧੰਨ ਧੰਨ ਭਾਈ ਮਨੀ ਸਿੰਘ ਵਰਗੇ ਗੁਰੂ ਪਿਆਰੇ, ਬੰਦ ਕੱਟਿਆ ਜਾ ਰਿਹਾ, ਸਰੀਰ ਨੂੰ ਦੁੱਖ ਹੋਵੇਗਾ ਪਰ ਆਤਮਾ ਇੰਨੀ ਬੁਲੰਦ, ਉਹਨੂੰ ਦੁੱਖ ਦਾ ਪ੍ਰਭਾਵ ਕੋਈ ਨਹੀਂ ਹੈ। ਖੋਪਰੀ ਉਤਰ ਚੁੱਕੀ ਹੈ ਭਾਈ ਤਾਰੂ ਸਿੰਘ ਦੀ, 22 ਦਿਨ ਬਿਨਾਂ ਖੋਪਰੀ ਤੋਂ ਜੀਏ ਨੇ। ਜ਼ਕਰੀਏ ਦੀ ਮੌਤ ਤੋਂ ਬਾਅਦ 22ਵੇਂ ਦਿਨ ਜਾ ਕੇ ਆਪਣੀ ਮੌਜ ਵਿੱਚ ਆ ਕੇ ਸਰੀਰ ਤਿਆਗਿਆ। ਦੁਖੀ ਨਹੀਂ ਜੇ ਹੋਏ ਹਨ, ਦੁੱਖ ਦੇ ਵਿੱਚ ਵੀ ਸੁੱਖ ਮਹਿਸੂਸ ਕੀਤਾ ਹੈ, ਦੁੱਖ ਨਹੀਂ ਸਭ ਸੁੱਖ ਹੀ ਹੈ ਰੇ। ਇਹ ਅਵਸਥਾ ਉਹਨਾਂ ਗੁਰੂ ਕੇ ਪਿਆਰਿਆਂ ਦੀ ਬਣ ਜਾਂਦੀ ਹੈ। ਪਰ ਸਤਿਗੁਰੂ ਗਰੀਬ ਨਵਾਜ ਆਖਦੇ ਨੇ, ਕਹਿੰਦੇ ਭਾਈ ਤੂੰ ਸੁੱਖਾਂ ਦੀ ਭਾਲ ਜੇਕਰ ਚਾਹੁੰਦਾ ਹੈ, ਦੁਆਰਾ ਪੜ੍ਹ ਦਿਓ ਜੀ। ਬਿਨ ਸਤਿਗੁਰ ਸੇਵੇ ਕਿਉ ਸੁਖ ਪਾਈਐ। ਸਤਿਗੁਰੂ ਦੀ ਸੇਵਾ ਤੋਂ ਬਿਨਾ, ਸਤਿਗੁਰੂ ਦੇ ਸਿਮਰਨ ਤੋਂ ਬਿਨਾ, ਸਤਿਗੁਰੂ ਦੀ ਸ਼ਰਨ ਤੋਂ ਬਿਨਾ ਕਿਤੇ ਵੀ ਸੁਖ ਨਹੀਂ ਹੈ। ਕਿਵੇਂ ਪ੍ਰਾਪਤ ਕਰੀਏ? ਸਾਚੇ ਹੱਥ ਵਡਾਈ ਹੈ। ਇਹ ਵਡਿਆਈ ਸੁਖਾਂ ਦੀ, ਸੱਚ ਦੇ ਨਾਮ ਦੀ ਵਡਿਆਈ ਜਿਹੜੀ ਹੈ ਨਾ, ਇਹ ਸਤਿਗੁਰੂ ਨੇ ਆਪਣੇ ਹੱਥ ਵਿੱਚ ਰੱਖੀ ਹੈ। ਸਹਿਬ ਹੱਥ ਵਡਾਈਆਂ ਜੈ ਭਾਵੈ ਤੈ ਦੇ। ਪਦਾਰਥ ਤੇ ਬੰਦਾ ਕਈ ਵਾਰੀ ਇਹ ਵੀ ਕਹਿੰਦਾ ਜੀ ਮੇਰੀ ਆਪਣੀ ਸਿਆਣਪ ਦਾ ਨਤੀਜਾ ਹੈ। ਅੱਜ ਮੈਂ ਜੀ ਬਿਜ਼ਨਸ ਦੇ ਵਿੱਚ ਕਿਸੇ ਮੁਕਾਮ ਤੇ ਪਹੁੰਚਿਆ, ਇਹ ਮੇਰੀ ਬੁੱਧੀ ਅਤੇ ਮਿਹਨਤ ਦਾ ਰਿਜ਼ਲਟ ਹੈ। ਮੈਂ ਕਿਸੇ ਵਧੀਆ ਜੌਬ ਤੇ ਸੈਟਲ ਹੋਇਆ, ਇਹ ਕਲਾਸ 1 ਅਫਸਰ ਬਣ ਗਿਆ, IAS ਬਣ ਗਿਆ ਹਾਂ, ਇਹ ਮੇਰੀ ਮਿਹਨਤ ਅਤੇ ਬੁੱਧੀ ਦਾ ਨਤੀਜਾ ਹੈ। ਮਨੁੱਖ ਮਾਣ ਕਰਦਾ, ਕੁਦਰਤੀ ਗੱਲ ਹੈ, ਪਰ ਸਤਿਗੁਰੂ ਕਹਿੰਦੇ ਬਹੁਤ ਵੱਡਾ ਭੁਲੇਖਾ ਹੈ। ਅੱਜ ਜੇ ਤੂੰ 4 ਪ੍ਰਸ਼ਾਦੇ ਵਧੀਆ ਛਕਦਾ ਹੈ, ਆਪਣੀ ਬੁੱਧੀ ਤੇ ਮਾਣ ਨਾ ਕਰੀ।
ਅਸਲ ਵਿੱਚ ਇਹ ਰਿਜ਼ਕ ਦਾਤਾ ਪਰਮੇਸ਼ਰ ਵਾਹਿਗੁਰੂ ਹੈ। ਜਦੋਂ ਤੇਰੇ ਕੋਲ ਕੋਈ ਬੁੱਧੀ ਨਹੀਂ ਸੀ, ਜਦੋਂ ਤੇਰੇ ਕੋਲ ਕੋਈ ਮਤ ਨਹੀਂ ਸੀ, ਜਦੋਂ ਤੇਰੇ ਕੋਲ ਬੋਲਣ ਵਾਸਤੇ ਕੋਈ ਸ਼ਬਦ ਵੀ ਨਹੀਂ ਸੀ, ਜਦੋਂ ਤੇਰੀ ਇਹ ਜ਼ੁਬਾਨ ਵੀ ਹਿਲਦੀ ਨਹੀਂ ਸੀ, ਭੋਜਨ ਤੇ ਤੈਨੂੰ ਵਾਹਿਗੁਰੂ ਉਦੋਂ ਵੀ ਦੇ ਰਿਹਾ ਸੀ। ਬਾਰ ਵਿਵਸਥਾ ਤੁਝੇ ਪਿਆਰੈ ਦੂਧ, ਭਰ ਜੋਬਨ ਭੋਜਨ ਸੁਖ ਸੂਦ। ਇਹ ਸਾਰੀਆਂ ਦਾਤਾਂ ਬਖਸ਼ੀਆਂ ਕਿਸ ਨੇ? ਇਹ ਰਹਿਮਤਾਂ ਕੀਤੀਆਂ ਕਿਸ ਨੇ? ਤੈਨੂੰ ਚਤਰਾਈ ਸਿਆਣਪ ਬੁੱਧੀ ਬਖਸ਼ੀ ਕਿਸ ਨੇ ਹੈ? ਸਾਰਿਆਂ ਨੂੰ ਕਿਉਂ ਨਾ ਇੱਕੋ ਜਿਹੀ ਬੁੱਧੀ ਪ੍ਰਾਪਤ ਹੋ ਗਈ? ਇਹਨੂੰ ਸਤਿਗੁਰੂ ਦੀ ਰਹਿਮਤ ਜਾਣ ਕੇ ਵਰਤ, ਉਹਦਾ ਸ਼ੁਕਰਾਨਾ ਕਰ ਹਮੇਸ਼ਾ। ਇਸ ਲਈ ਸਤਿਗੁਰੂ ਦੀ ਸੇਵਾ ਦੇ ਨਾਲ ਹੀ ਸਭ ਪ੍ਰਾਪਤੀਆਂ ਹਨ। ਕਾਮ ਕ੍ਰੋਧ ਅਹੰਕਾਰ ਨਿਵਾਰੇ। ਜਿਹੜਾ ਗੁਰੂ ਕੀ ਸੇਵਾ ਵਿੱਚ ਲੱਗ ਗਿਆ, ਨਾਮ ਬੰਦਗੀ ਸਿਮਰਨ ਵਿੱਚ ਜੁੜ ਗਿਆ, ਫਿਰ ਉਹਦੇ ਜਿਹੜੇ ਕਾਮ ਕ੍ਰੋਧ ਆਦਿਕ ਔਗਣ ਨੇ ਜੀਵਨ ਦੇ, ਉਹ ਸਤਿਗੁਰੂ ਨਿਵਾਰ ਦਿੰਦੇ ਨੇ। ਭਾਵ ਉਹਦੇ ਜੀਵਨ ਵਿੱਚੋਂ ਮਾਈਨਸ ਹੋ ਜਾਂਦੇ ਨੇ, ਖਤਮ ਹੋ ਜਾਂਦੇ ਨੇ, ਇਹਨਾਂ ਦਾ ਪ੍ਰਭਾਵ ਨਹੀਂ ਰਹਿੰਦਾ ਹੈ। ਤਸਕਰ ਪੰਚ ਸ਼ਬਦ ਸੰਘਾਰੇ। ਪੰਜ ਜਿਹੜੇ ਚੋਰ ਹਨ ਤਸਕਰ, ਇਹ ਸ਼ਬਦ ਦੁਆਰਾ ਇਹਨਾਂ ਦਾ ਸੰਘਾਰ ਹੁੰਦਾ ਹੈ, ਨਾਸ਼ ਹੁੰਦਾ ਹੈ। ਗੁਰੂ ਪਿਆਰਿਓ, ਇਸ ਦੇਹੀ ਅੰਦਰ ਪੰਜ ਚੋਰ ਬਸੈ। ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੁੱਟ ਹੈ ਮਨ ਮੁਖ ਨਹੀਂ ਬੁੱਝ ਹੈ, ਕੋ ਨਾ ਸੁਣੈ ਪੁਕਾਰਾ। ਇਹ ਪੰਜਾਂ ਚੋਰਾਂ ਦਾ ਲੱਛਣ ਹੈ। ਇੱਕ ਤੇ ਇਹ ਵਸਦੇ ਘਰ ਦੇ ਅੰਦਰ ਨੇ, ਸਾਡੇ ਅੰਦਰ ਹੀ ਬੈਠੇ ਨੇ। ਚੋਰ ਨੇ ਬਾਹਰੋਂ ਹਮਲਾ ਕਰਨਾ ਹੋਵੇ, ਚੋਰੀ ਕਰਨ ਵਾਸਤੇ ਆਉਣਾ ਹੋਵੇ ਨਾ, ਹੋ ਸਕਦਾ ਕਈ ਸਿਕਿਉਰਟੀਆਂ ਦਾ ਉਹਨੂੰ ਖਤਰਾ ਹੋਵੇ, ਉਹਨੂੰ ਪਾਰ ਕਰਨ ਵਾਸਤੇ ਮੁਸ਼ਕਲਾਂ ਆਉਣ, ਉਸ ਸਿਕਿਉਰਿਟੀ ਤੋਂ ਅੰਦਰ ਲੰਘਣ ਵਾਸਤੇ ਕਈ ਅੜਿੱਕੇ ਬਣ ਜਾਂ ਸਮਾਂ ਵੀ ਲੱਗ ਸਕਦਾ ਹੈ। ਪਰ ਚੋਰ ਪਹਿਲਾਂ ਹੀ ਘਰ ਦੇ ਅੰਦਰ ਛੁਪਿਆ ਹੋਵੇ ਨਾ, ਬੜੇ ਆਰਾਮ ਦੇ ਨਾਲ ਚੋਰੀ ਕਰ ਲੈਂਦਾ ਹੈ। ਤੁਸੀਂ ਸੁਣਦੇ ਹੋ ਨਾ ਕਈ ਵਾਰੀ ਕਿ ਜੀ ਘਰ ਦੇ ਨੌਕਰ ਨਹੀਂ ਚੋਰੀ ਕਰ ਲਈ, ਇੰਨਾ ਸਮਾਨ ਚੁੱਕ ਕੇ ਲੈ ਗਿਆ ਘਰ ਦੇ ਵਿੱਚੋਂ। ਹੁਣ ਜਿਹੜਾ ਪਹਿਲਾਂ ਹੀ ਘਰ ਦੇ ਅੰਦਰ ਸੀ, ਉਹਨੂੰ ਚੋਰੀ ਬੜੇ ਆਰਾਮ ਨਾਲ ਕਰ ਲਈ, ਮੁਸ਼ਕਲ ਕੋਈ ਨਹੀਂ ਆਈ ਹੈ। ਜਿਹੜੇ ਚੋਰ ਨੇ ਬਾਹਰੋਂ ਹਮਲਾ ਕਰਨਾ ਸੀ, ਉਹਨੂੰ ਕੰਧ ਪਾੜਨੀ ਵੀ ਬੜੀ ਮੁਸ਼ਕਲ ਹੋ ਸਕਦੀ ਹੈ। ਉਹਨੂੰ ਕੋਈ ਸਿਕਿਉਰਿਟੀ ਗਾਰਡ ਕਿਤੇ ਲੱਗੇ ਹੋਣ, ਉਹਨਾਂ ਦੀ ਬੜੀ ਮੁਸ਼ਕਲ ਹੋ ਜਾਂਦੀ ਹੈ। ਨਹੀਂ ਉਹ ਸੌਖਿਆਂ ਪਹੁੰਚ ਸਕਦਾ ਜਾਂ ਬੜੇ ਯਤਨ ਕਰੇਗਾ, ਸਮਾਂ ਲੱਗੇਗਾ। ਅੰਦਰਲਾ ਚੋਰ ਆਰਾਮ ਨਾਲ ਚੋਰੀ ਕਰਦਾ ਹੈ। ਸਤਿਗੁਰੂ ਕਹਿੰਦੇ ਜਿਹੜੇ ਇਹ ਪੰਜ ਚੋਰ ਨੇ ਨਾ, ਇਹਨਾਂ ਨੇ ਬਾਹਰੋਂ ਨਹੀਂ ਜੇ ਕਿਤੋਂ ਆਉਣਾ। ਇਹਨਾਂ ਨੇ ਤੇਰੀ ਚੋਰੀ ਬੜੇ ਆਰਾਮ ਨਾਲ ਕਰ ਲੈਣੀ ਹੈ, ਤੇਰਾ ਨੁਕਸਾਨ ਸੌਖਿਆਂ ਹੀ ਕਰ ਦੇਣਾ ਹੈ। ਔਰ ਨੁਕਸਾਨ ਕਿਸ ਗੱਲ ਦਾ? ਚੋਰੀ ਕਿਸ ਗੱਲ ਦੀ? ਅੰਮ੍ਰਿਤ ਲੁੱਟ ਹੈ। ਅੰਮ੍ਰਿਤ ਤੇਰਾ ਲੁੱਟਿਆ ਜਾਣਾ ਹੈ। ਦੁਨੀਆ ਦੀ ਵਸਤੂ ਕਿਸੇ ਦੀ ਲੁੱਟੀ ਜਾਵੇ, ਭਾਵੇਂ ਦੁੱਖ ਤੇ ਹੁੰਦਾ ਹੈ, ਪਰ ਦੁਬਾਰਾ ਹਾਸਲ ਕੀਤੀ ਜਾ ਸਕਦੀ ਹੈ ਕਿਸੇ ਨਾ ਕਿਸੇ ਢੰਗ ਤਰੀਕੇ। ਕਿਸੇ ਦਾ ਪਦਾਰਥ ਚਲਾ ਗਿਆ, ਦੁਬਾਰਾ ਹਾਸਲ ਹੋ ਸਕਦਾ ਹੈ। ਧਨ ਦੌਲਤ ਦੁਬਾਰਾ ਹਾਸਲ ਹੋ ਸਕਦਾ ਹੈ, ਪਰ ਵਸਤੂ ਇੰਨੀ ਮਹਾਨ ਅੰਮ੍ਰਿਤ। ਅੰਮ੍ਰਿਤ ਦੀ ਹੁਣ ਵਿਆਖਿਆ ਤੇ ਬੜੀ ਲੰਮੀ ਜਾਵੇਗੀ। ਅੰਮ੍ਰਿਤ ਦੇ ਅੱਖਰੀ ਅਰਥ ਤੁਸੀਂ ਜਾਣਦੇ ਹੋ, ਮ੍ਰਿਤੂ ਤੋਂ ਰਹਿਤ। ਉਹ ਚੀਜ਼ ਜਿਹਨੇ ਤੈਨੂੰ ਮੌਤ ਤੋਂ ਰਹਿਤ ਕਰਨਾ ਸੀ, ਉਹ ਤੇਰੀ ਲੁੱਟੀ ਗਈ ਹੈ। ਕਿਵੇਂ ਲੁੱਟੀ ਗਈ ਹੈ? ਉਹ ਅੰਮ੍ਰਿਤ ਸੀ ਸਭ ਤੋਂ ਮਹਾਨ। ਅੰਮ੍ਰਿਤ ਨਾਮ ਨਿਦਾਨ ਹੈ, ਮਿਲ ਪੀਵੋ ਭਾਈ। ਜਿਹੜਾ ਸਾਧ ਸੰਗਤ ਵਿੱਚ ਗੁਰੂ ਨੂੰ ਮਿਲ ਕੇ ਨਾਮ ਦਾ ਜਪਣਾ ਹੈ ਨਾ, ਅਸਲ ਵਿੱਚ ਇਹ ਸਭ ਤੋਂ ਸੁੰਦਰ ਢੰਗ ਹੈ ਅੰਮ੍ਰਿਤ ਪੀਣ ਦਾ। ਸੋ ਇਸ ਪ੍ਰਕਾਰ ਨਾਮ ਹੀ ਅੰਮ੍ਰਿਤ ਹੈ। ਫਿਰ ਕਹੋਗੇ ਜੀ ਨਾਮ ਕਿਵੇਂ ਲੁੱਟਿਆ ਗਿਆ? ਨਾਮ ਤੇ ਨਹੀਂ ਲੁੱਟਿਆ ਜਾਣਾ, ਪਰ ਜਿਹੜੇ ਸਵਾਸਾਂ ਦੇ ਨਾਲ ਉਸ ਪ੍ਰਭੂ ਦੇ ਨਾਮ ਨੂੰ ਵਾਰ-ਵਾਰ ਜਪਣਾ ਸੀ, ਵਾਰ-ਵਾਰ ਆਰਾਧਨਾ ਸੀ, ਵਾਹਿਗੁਰੂ 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 ਵਾਹਿਗੁਰੂ। ਇਹ ਕੀਮਤੀ ਸਵਾਸ ਸਾਰੇ ਦੇ ਸਾਰੇ ਵਿਸ਼ੇ ਵਿਕਾਰਾਂ ਵਿੱਚ ਹੀ ਬਤੀਤ ਹੋ ਗਏ ਨੇ। ਉਧਰਲੇ ਪਾਸੇ ਚਲੇ ਗਏ, ਜਾਂ ਤੇ ਟੀਵੀ ਅੱਗੇ ਬੈਠਿਆਂ ਕਿਸੇ ਨੇ ਬਤੀਤ ਕਰ ਦਿੱਤੇ, ਜਾਂ ਫਿਰ ਕੰਨਾਂ ਦੇ ਵਿੱਚ ਸੋ ਆ ਸੈੱਟ ਲੱਗਿਆ, ਫੋਨ ਸੈੱਟ ਦੇ ਦੁਆਰਾ ਸਾਰਾ ਦਿਨ ਗਾਣੇ ਸੁਣਦਾ ਫਿਰੀ ਜਾਂਦਾ ਹੈ। ਤੇ ਇਸ ਪ੍ਰਕਾਰ ਸੁਭਾਸ ਉਧਰ ਚਲੇ ਗਏ, ਵਿਸ਼ੇ ਵਿਕਾਰ ਭੋਗਦਿਆਂ ਚਲੇ ਗਏ। ਤੇ
ਜਾਂ ਫਿਰ ਸੁੱਤਿਆਂ ਬਤੀਤ ਕਰ ਦਿੱਤੇ, ਦੁਨੀਆਦਾਰੀ ਵਿੱਚ ਜਾਂ ਖਾਂਦਿਆਂ ਪਹਿਨਦਿਆਂ ਦਿਨ ਬਤੀਤ ਕਰ ਦਿੱਤਾ। ਜਿਸ ਤਰ੍ਹਾਂ ਸਤਿਗੁਰੂ ਆਖਦੇ ਨੇ, ਕਹਿੰਦੇ ਰਾਤ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਇਹ ਹੀਰਾ ਗਵਾਚ ਜਾਣਾ ਹੈ। ਸਵਾਸ ਬੜੇ ਕੀਮਤੀ ਨੇ। ਡਾਕਟਰਾਂ ਨੂੰ ਪੁੱਛ ਕੇ ਵੇਖੋ, ਇੱਕ ਸਵਾਸ ਵੀ ਆਪਣੇ ਕੋਲੋਂ ਕਿਸੇ ਨੂੰ ਦੇ ਨਹੀਂ ਸਕਦੇ, ਭਾਵੇਂ ਲੱਖਾਂ ਰੁਪਇਆ ਉਹਨਾਂ ਦੇ ਸਾਹਮਣੇ ਸੁੱਟ ਦਿਓ, ਉਹਨਾਂ ਦੇ ਵੱਸ ਕੋਈ ਨਹੀਂ ਸਵਾਸ ਦੇਣਾ। ਹਾਂ, ਬਨਾਵਟੀ ਸਵਾਸ ਦੇ ਕੇ ਭਾਵੇਂ ਵੈਂਟੀਲੇਟਰ ਤੇ ਕਿਸੇ ਨੂੰ 2 ਮਹੀਨੇ ਪਾ ਰੱਖਣ, ਉਹ ਗੱਲ ਨਹੀਂ ਹੈ। ਉੱਥੇ ਤੇ ਕੇਵਲ ਬਾਡੀ ਦਾ ਫੰਕਸ਼ਨ ਚੱਲਦਾ ਹੈ, ਅਸਲ ਵਿੱਚ ਜਿਹੜੀ ਅੰਦਰਲੀ ਸੋਝੀ ਹੈ ਉਹ ਤੇ ਖਤਮ ਹੋ ਚੁੱਕੀ ਹੈ। ਉਹਦੀ ਗੱਲ ਨਹੀਂ ਆਪਾਂ ਕਰਦੇ। ਅਸਲ ਜਿਹੜਾ ਕੁਦਰਤੀ ਸਵਾਸ ਹੈ ਉਹ ਨਹੀਂ ਖਰੀਦਿਆ ਜਾ ਸਕਦਾ। ਇਸ ਲਈ ਸਵਾਸ ਹੀ ਅੰਮ੍ਰਿਤਮਈ ਹਨ। ਇਹਨਾਂ ਸਵਾਸਾਂ ਨੇ ਹੀ ਅੰਮ੍ਰਿਤ ਨਾਲ ਸਾਂਝ ਪਾਉਣੀ ਹੈ। ਇਹਨਾਂ ਸਵਾਸਾਂ ਨੇ ਹੀ ਅੰਦਰਲੇ ਅੰਮ੍ਰਿਤ ਨੂੰ ਪ੍ਰਗਟ ਕਰਨਾ ਸੀ ਗੁਰੂ ਕਿਰਪਾ ਦੇ ਨਾਲ। ਪਰ ਸਵਾਸ ਲੁੱਟ ਲਏ ਇਹਨਾਂ ਚੋਰਾਂ ਨੇ। ਸਵਾਸ ਬੀਤ ਗਏ ਕਾਮ ਵਿੱਚ, ਕ੍ਰੋਧ ਵਿੱਚ, ਲੋਭ ਵਿੱਚ, ਮੋਹ ਵਿੱਚ ਤੇ ਹੰਕਾਰ ਵਿੱਚ। ਇਸ ਤਰ੍ਹਾਂ ਇਹ ਚੋਰੀ ਕਰ ਰਹੇ ਹਨ। ਗਿਆਨ ਖੜਗ ਲੈ ਮਨ ਸਿਓ ਲੂਜੈ। ਗੁਰਮੁਖਾਂ ਨੇ ਗਿਆਨ ਰੂਪੀ ਤਲਵਾਰ ਲੈ ਕੇ, ਤੇਗ ਲੈ ਕੇ, ਖੜਗ ਲੈ ਕੇ, ਹੁਣ ਗੁਰੂ ਪਿਆਰਿਓ, ਬਾਹਰਲਾ ਚੋਰ ਮਾਰਨਾ ਹੋਵੇ, ਬਾਹਰਲੇ ਹਥਿਆਰਾਂ ਦੀ ਲੋੜ ਪੈਂਦੀ ਹੈ। ਆ ਸਿਕਿਉਰਿਟੀ ਗਾਰਡ ਕਿਸੇ ਦੀ ਕੋਠੀ ਅੱਗੇ ਖੜੇ ਵੇਖੋ, ਭਾਵੇਂ ਕਿਸੇ ਹੋਰ ਥਾਂ ਤੇ ਵੇਖੋ ਨਾ, ਉਹਨਾਂ ਕੋਲ ਬੜੇ ਅੱਜ ਦੇ ਆਧੁਨਿਕ ਹਥਿਆਰ ਤੁਹਾਨੂੰ ਪਕੜੇ ਹੋਏ ਮਿਲਦੇ ਨੇ। ਕਿਉਂ? ਕਿਉਂਕਿ ਹਮਲਾਵਰ ਨੂੰ ਰੋਕਣ ਵਾਸਤੇ ਹਥਿਆਰਾਂ ਦੀ ਵਾਕਈ ਮੌਕੇ ਤੇ ਅਚਨਚੇਤ ਕਦੇ ਵੀ ਲੋੜ ਪੈ ਸਕਦੀ ਹੈ। ਇੱਥੇ ਮੈਂ ਬੇਨਤੀ ਕਰਦਿਆਂ ਕਿ ਮੇਰੇ ਸਤਿਗੁਰੂ ਨੇ ਜਿਹੜੇ ਖਾਲਸੇ ਨੂੰ ਰਹਿਤ ਬਖਸ਼ੀ ਹੈ ਨਾ, ਉਹਦੇ ਵਿੱਚ ਕਿਰਪਾਨ ਸਾਡੀ ਰਹਿਤ ਦਾ ਹਿੱਸਾ ਬਣਾਇਆ ਗਿਆ ਹੈ। ਸਿੱਖ ਨੂੰ ਹਮੇਸ਼ਾ ਸ਼ਸਤਰਧਾਰੀ ਹੋਣ ਕੇ, ਹਮੇਸ਼ਾ ਤਿਆਰ ਬਰ ਤਿਆਰ ਰਹਿੰਦਿਆਂ ਹੋਇਆਂ ਦੁਨੀਆ ਵਿੱਚ ਵਿਚਰਨਾ ਚਾਹੀਦਾ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੁਕਮ ਹੈ। ਪਾਤਸ਼ਾਹ ਕਹਿੰਦੇ, ਬਿਨਾ ਕੇਸ ਤੇਗੰ ਨਰਨ ਭੇਡ ਜਾਨੋ, ਗਹੋ ਕੰਨ ਤਾਕੋ, ਕਿਤੈ ਲੈ ਸਿਧਾਨੋ। ਇਹੋ ਮੋਰ ਆਗਿਆ ਹੈ ਸੁਨੋ ਸਿੱਖ ਪਿਆਰੇ, ਬਿਨਾ ਕੇਸ ਤੇਗੰ ਦੇਵੋ ਨਾ ਦਿਦਾਰੇ। ਕਹਿੰਦੇ ਕੇਸ ਭਾਵ ਸਾਬਤ ਸੂਰਤ ਬਿਨਾ, ਦੂਸਰਾ ਗਾਤਰੇ ਪਹਿਨੀ ਤੇਗ ਤੋਂ ਬਿਨਾ ਮੇਰੇ ਮੱਥੇ ਤੱਕ ਨਾ ਲੱਗਿਓ, ਮੈਨੂੰ ਪ੍ਰਵਾਨ ਨਹੀਂ ਹੈ। ਸੋ ਇਹ ਸਤਿਗੁਰੂ ਨੇ ਹਦਾਇਤ ਇਸੇ ਕਰਕੇ ਕੀਤੀ ਹੈ ਕਿ ਗੁਰਸਿੱਖਾ ਤੇਰੀ ਸੈਲਫ ਡਿਫੈਂਸ, ਤੇਰੀ ਆਪਣੀ ਰੱਖਿਆ ਵਿੱਚ ਕਿਤੇ ਵੀ ਕਮੀ ਨਾ ਆ ਜਾਵੇ। ਅਚਨਚੇਤ ਤੈਨੂੰ ਕਦੇ ਵੀ ਲੋੜ ਪਵੇਗੀ। ਰਹੋ ਵਿਚਾਰ, ਬਾਹਰਲੀ ਸੁਰੱਖਿਆ ਵਾਸਤੇ, ਬਾਹਰਲੇ ਚੋਰਾਂ ਡਾਕੂਆਂ ਧਾੜਵੀਆਂ ਨੂੰ ਰੋਕਣ ਵਾਸਤੇ ਹਥਿਆਰ ਚਾਹੀਦੇ ਨੇ, ਪਰ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਅੰਦਰਲੇ ਚੋਰਾਂ ਵਾਸਤੇ ਵੀ ਹਥਿਆਰ ਰੱਖਣ ਦੀ ਗੱਲ ਕਹੀ ਹੈ। ਕਹਿੰਦੇ ਸ਼ਸਤਰਧਾਰੀ ਅੰਦਰੋਂ ਵੀ ਹੋਵੋ, ਪਰ ਅੰਦਰਲੇ ਸ਼ਸਤਰਾਂ ਦਾ ਫਰਕ ਥੋੜਾ ਜਿਹਾ ਇਹ ਹੈ ਕਿ ਬਾਹਰਲੇ ਸ਼ਸਤਰ ਕਿਸੇ ਮੈਟਲ ਦੇ ਬਣੇ ਨੇ, ਕਿਸੇ ਬਰੂਦ ਆਦਿਕ ਨਾਲ ਉਹਨਾਂ ਦੀ ਸਹਾਇਤਾ ਨਾਲ ਬਣਦੇ ਨੇ। ਅੰਦਰਲੇ ਜਿਹੜੇ ਸ਼ਸਤਰ ਨੇ ਇਹ ਤੈਨੂੰ ਗੁਰੂ ਦਰ ਤੋਂ ਸੁਤੇ ਸਿੱਧ ਪ੍ਰਾਪਤ ਹੋ ਜਾਣੇ ਨੇ। ਤੂੰ ਇੱਕ ਵਾਰੀ ਇਸ ਹੱਟ ਤੇ ਆ ਤੇ ਸਹੀ, ਤੈਨੂੰ ਉਹ ਸ਼ਸਤਰ ਦਿਆਂਗੇ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਇਹ ਆਖਿਆ ਗਿਆ ਸੀ ਕਿ ਜੀ ਤੁਸੀਂ ਸੁਲਹੀ ਖਾਨ ਦੇ ਮੁਕਾਬਲੇ ਜਾਂ ਸਰਕਾਰ ਦੇ ਮੁਕਾਬਲੇ ਕੀ ਕਰੋਗੇ, ਤੁਹਾਡੇ ਕੋਲ ਹਥਿਆਰ ਨਹੀਂ। ਸਤਿਗੁਰੂ ਕਹਿੰਦੇ ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਨ ਸ਼ਾਰੀ। ਜਿਹੜੀ ਗਰੀਬੀ ਨਿਮਰਤਾ ਅਸੀਂ ਧਾਰਨ ਕੀਤੀ ਹੈ ਉਹ ਸਾਡੇ ਕੋਲ ਗਦਾ ਰੂਪ ਹੈ, ਗਦਾ ਰੂਪੀ ਹਥਿਆਰ ਹੈ ਸਾਡਾ। ਤੇ ਸਾਰਿਆਂ ਦੀ ਧੂੜੀ ਹੋ ਕੇ ਸਾਰਿਆਂ ਨੂੰ ਸਤਿਕਾਰ ਦੇਣਾ, ਸਾਰਿਆਂ ਨੂੰ ਪਿਆਰ ਕਰਨਾ ਜਿਹੜਾ ਹੈ ਨਾ, ਇਹ ਸਾਡਾ ਖੰਡਾ ਹੈ। ਇਹ ਖੰਡਾ ਅਸੀਂ ਧਾਰਨ ਕੀਤਾ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਵੀ ਗੁਰਸਿੱਖ ਨੂੰ ਇਸੇ ਤਰ੍ਹਾਂ ਦਾ ਪਰ ਉਪਕਾਰੀ ਸੂਰਮਾ ਬਣਾਉਂਦਿਆਂ ਹੋਇਆਂ, ਸੰਤ ਸਿਪਾਹੀ ਬਣਾਉਂਦਿਆਂ ਹੋਇਆਂ ਇਸੇ ਢੰਗ ਦਾ ਜੀਵਨ ਦੱਸਦੇ ਪਏ ਨੇ। ਜਿਵੇਂ ਕਿ ਇੱਕ ਸ਼ਬਦ ਤੁਸੀਂ ਪੜ੍ਹਦੇ ਹੋ ਉਹਦੇ ਵਿੱਚੋਂ ਵੀ ਇਹ ਗੱਲ ਸਮਝ ਪਵੇਗੀ। ਅਕਸਰ ਇਹ ਬੜਾ ਪ੍ਰਸਿੱਧ ਸ਼ਬਦ ਹੈ। ਗੁਰਦੇਵ ਕਹਿੰਦੇ, ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇੱਥੇ ਗੁਰਦੇਵ ਕਹਿੰਦੇ ਗਿਆਨ ਖੜਗ, ਗਿਆਨ ਗੁਰੂ ਦਾ ਜਿਹੜਾ ਹੈ, ਸਤਿਗੁਰੂ ਦਾ ਆਤਮ ਗਿਆਨ, ਮੈਂ ਅੱਖਰਾਂ ਦੇ ਗਿਆਨ ਦੀ ਗੱਲ ਨਹੀਂ ਕਰ ਰਿਹਾ, ਆਤਮਿਕ ਗਿਆਨ, ਰੂਹਾਨੀ ਗਿਆਨ ਜਿਹੜਾ ਹੈ, ਇਹ ਖੜਗ ਨੂੰ ਲੈ ਕੇ ਗੁਰੂ ਕੇ ਪਿਆਰੇ ਇਹਨਾਂ ਪੰਜਾਂ ਚੋਰਾਂ ਨੂੰ ਵਸ ਕਰ ਲੈਂਦੇ ਨੇ, ਮਾਰ ਦਿੰਦੇ ਹਨ, ਨਵਾਰ ਦਿੰਦੇ ਹਨ। ਮਨਸਾ ਮਨ ਹੈ ਸਮਾਈ ਹੈ, ਉਹਨਾਂ ਦੀ ਮਨਸਾ ਅੰਦਰ ਹੀ ਸਮਾ ਗਈ। ਬਾਸ਼ਨਾਵਾਂ ਦੇ ਸੰਸਾਰ ਤੋਂ ਟੁੱਟ ਕੇ ਬਾਹਰ ਨੂੰ ਨਹੀਂ ਦੌੜੇ, ਉਧਰ ਨਹੀਂ ਗਏ, ਅੰਤਰਮੁਖੀ ਹੋ ਗਏ ਨੇ। ਮਾਂ ਕੀ ਰਕਤ ਪਿਤਾ ਬਿੰਦ ਧਾਰਾ। ਬੰਦਿਆ ਹੰਕਾਰ ਕਿਸੇ ਗੱਲ ਦਾ, ਆਪਣੇ ਸਰੀਰ ਦੀ ਸੁੰਦਰ ਜਵਾਨੀ ਦਾ ਹੰਕਾਰ ਕਰਦਾ,
ਇਹ ਬਣਿਆ ਕਿੱਥੋਂ? ਮਾਂ ਦੇ ਖੂਨ ਤੋਂ ਤੇ ਪਿਤਾ ਦੀ ਬਿੰਦ ਤੋਂ, ਦੋਨਾਂ ਦੇ ਸੰਜੋਗ ਨਾਲ ਪੈਦਾ ਹੋਇਆ। ਮੂਰਤ ਸੂਰਤ ਕਰ ਆਪਾਰਾ। ਇਹ ਜਿਹੜੀ ਤੈਨੂੰ ਮੂਰਤ ਮਿਲੀ ਹੈ, ਭਾਵ ਮਨੁੱਖਾ ਜਨਮ ਮਿਲਿਆ, ਸੂਰਤ ਜਿਹੜੀ ਸੋਹਣੀ ਸੂਰਤ ਦਾ, ਸੋਹਣੇ ਸਰੂਪ ਦਾ ਤੂੰ ਮਾਣ ਕਰਦਾ ਹੈ, ਇਹ ਵੀ ਤੈਨੂੰ ਵਾਹਿਗੁਰੂ ਨੇ ਬਖਸ਼ਿਆ ਹੈ। ਉਹ ਚਾਹੁੰਦਾ ਤੇ ਨਾ ਤੈਨੂੰ ਇੰਨਾ ਸੁੰਦਰ ਬਣਾਉਂਦਾ, ਉਹ ਚਾਹੁੰਦਾ ਤੇ ਨਾ ਤੈਨੂੰ ਮਨੁੱਖਾ ਜਨਮ ਦਿੰਦਾ, ਉਹਦੀ ਮੌਜ ਸੀ। ਇਹ ਅਪਰ ਅਪਾਰਾ ਪਰਮੇਸ਼ਰ ਵਾਹਿਗੁਰੂ ਨੇ ਬਖਸ਼ੇ ਹਨ। ਜੋਤ ਦਾਤ ਜੇਤੀ ਸਭ ਤੇਰੀ। ਸਤਿਗੁਰੂ ਪਰਮੇਸ਼ਰ ਵਾਹਿਗੁਰੂ ਜੀ, ਆਪ ਦਾ ਲੱਖ ਲੱਖ ਸ਼ੁਕਰਾਨਾ। ਇਸ ਸਰੀਰ ਦੇ ਅੰਦਰ ਜੋਤ ਪਾਈ ਹੈ। ਸਰੀਰ ਮਿਲ ਜਾਂਦਾ, ਜੋਤ ਨਾ ਪੈਂਦੀ। ਲੋਕਾਂ ਨੇ ਕਹਿਣਾ ਸੀ ਬੱਚੇ ਦਾ ਜਨਮ ਤੇ ਹੋਇਆ, ਪਰ ਮਰਿਆ ਹੋਇਆ ਬੱਚਾ ਪੈਦਾ ਹੋ ਗਿਆ। ਸਰੀਰ ਤੇ ਪੈਦਾ ਹੋ ਜਾਣਾ ਸੀ, ਪਰ ਜੋਤ ਨਾ ਹੋਣ ਕਰਕੇ ਜੀਵਨ ਨਹੀਂ ਸੀ ਮਿਲਣਾ। ਪਰ ਸਤਿਗੁਰੂ ਕਹਿੰਦੇ ਜੋਤ ਦਾਤ ਇਹ ਸਭ ਤੋਂ ਮਹਾਨ ਦਾਤ, ਅਥਵਾ ਜੋਤ ਪਾਈ ਇਹ ਵੀ ਪਰਮੇਸ਼ਰ ਵਾਹਿਗੁਰੂ ਨੇ। ਪਦਾਰਥਾਂ ਦੀਆਂ ਦਾਤਾਂ ਬਖਸ਼ੀਆਂ ਤੇ ਇਹ ਵੀ ਤੈਨੂੰ ਵਾਹਿਗੁਰੂ ਨੇ ਬਖਸ਼ੀਆਂ ਹਨ। ਤੂੰ ਕਰਤਾ ਸਭ ਠਾਈ ਹੈ। ਵਾਹਿਗੁਰੂ ਜੀ, ਸਾਰਿਆਂ ਥਾਵਾਂ ਵਿੱਚ, ਸਾਰਿਆਂ ਵਿੱਚ ਤੁਸੀਂ ਹੀ ਵਸਣ ਵਾਲੇ ਹੋ। ਤੁਝ ਹੀ ਕੀਆ ਜੰਮਣ ਮਰਣਾ। ਇਹ ਜਨਮ ਅਤੇ ਮੌਤ, ਹੁਣ ਜੀਵਨ ਨੂੰ ਨਿਚੋੜ ਵੱਲ ਲੈ ਕੇ ਜਾਂਦੇ ਨੇ ਗੱਲ ਨੂੰ। ਕਹਿੰਦੇ ਭਾਵੇਂ ਜਨਮ ਦੀ ਖੇਡ ਹੋਵੇ, ਭਾਵੇਂ ਮੌਤ ਦੀ ਗੱਲ ਹੋਵੇ, ਇਹ ਸਭ ਕੁਝ ਤੁਸੀਂ ਹੀ ਪੈਦਾ ਕੀਤਾ ਹੈ। ਨਾ ਜਨਮ ਕਿਸੇ ਦੇ ਵਸ, ਨਾ ਮੌਤ ਕਿਸੇ ਦੇ ਵਸ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਖਦੇ ਨੇ, ਕਹਿੰਦੇ ਖੰਡਾ ਪ੍ਰਿਥਮੈ ਸਾਜਕੈ ਤੈ ਸਭ ਸੰਸਾਰ ਉਪਾਇਆ। ਵਾਹਿਗੁਰੂ ਜੀ, ਸੰਸਾਰ ਬਾਅਦ ਵਿੱਚ ਪੈਦਾ ਕੀਤਾ, ਇਹਦੇ ਵਿਨਾਸ਼ ਦਾ, ਮੌਤ ਦਾ ਪ੍ਰਬੰਧ ਤੁਸੀਂ ਪਹਿਲਾਂ ਕਰ ਦਿੱਤਾ। ਲੋੜ ਸੀ ਉਸ ਦੀ ਵਿਨਾਸ਼ ਦੀ। ਜੇ ਪਦੈਸ਼ ਹੋਵੇ, ਵਿਨਾਸ਼ ਨਾ ਹੋਵੇ, ਇੱਥੇ ਸੰਸਾਰ ਤੇ ਪੈਰ ਰੱਖਣ ਨੂੰ ਥਾਂ ਨਾ ਮਿਲੇ। ਇਸ ਲਈ ਪਦੈਸ਼ ਦੇ ਨਾਲ ਨਾਲ ਹਮੇਸ਼ਾ ਹਰ ਥਾਂ ਵਿਨਾਸ਼ ਦੀ ਲੋੜ ਪੈਂਦੀ ਹੈ। ਇਹ ਸਤਿਗੁਰੂ ਦਾ, ਕੁਦਰਤ ਦਾ ਵੀ ਸਿਧਾਂਤ ਹੈ। ਜੰਮਣ ਮਰਨਾ ਸਭ ਤੁਝ ਹੀ ਕੀਆ। ਜਨਮ ਅਤੇ ਮੌਤ ਦਾ ਖੇਲ ਆਪ ਨੇ ਰਚਿਆ ਹੈ। ਗੁਰ ਤੇ ਸਮਝ ਪੜੀ ਕਿਆ ਡਰਨਾ। ਜਿਨ੍ਹਾਂ ਨੂੰ ਇਹ ਗੱਲ ਦੀ ਸਮਝ ਪੈ ਗਈ ਵੀ ਮੌਤ ਕਿਸ ਸ਼ੈ ਦਾ ਨਾਮ ਹੈ, ਉਹਨਾਂ ਨੂੰ ਫਿਰ ਮੌਤ ਦਾ ਡਰ ਵੀ ਖਤਮ ਹੋ ਜਾਂਦਾ ਹੈ। ਨਾ ਉਹ ਜਨਮ ਤੋਂ ਡਰਨ, ਨਾ ਮੌਤ ਤੋਂ ਡਰਨ, ਨਾ ਸਵਰਗ ਦੀ ਇੱਛਾ, ਨਾ ਨਰਕਾਂ ਦਾ ਭੈ ਉਹਨਾਂ ਦੇ ਜੀਵਨ ਵਿੱਚੋਂ ਖਤਮ ਹੋ ਜਾਂਦਾ ਹੈ। ਤੂੰ ਦਇਆਲ ਦਇਆ ਕਰ ਦੇਖੇ। ਦਇਆ ਕਰਕੇ ਸਤਿਗੁਰੂ ਪਰਮੇਸ਼ਰ ਵਾਹਿਗੁਰੂ ਜੀ, ਜਦੋਂ ਤੁਸੀਂ ਕਿਸੇ ਜੀਵ ਵੱਲ ਵੇਖਦੇ ਹੋ, ਦੁੱਖ ਦਰਦ ਸਰੀਰ ਹੋ ਜਾਈ ਹੈ। ਉਹਨਾਂ ਦੇ ਜੀਵਨ ਵਿੱਚੋਂ ਦੁੱਖ ਅਤੇ ਦਰਿਦਰ, ਉਹਨਾਂ ਦੇ ਜੀਵਨ ਵਿੱਚੋਂ ਅੰਦਰਲੀ ਕੰਗਾਲੀ ਤੇ ਅੰਦਰਲੇ ਬਾਹਰਲੇ ਦੁੱਖ ਚਲੇ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਇਹ ਭਾਈ ਗੁਰੂ ਦੇ ਚਰਨੀ ਲੱਗਣ ਦਾ ਫਲ ਹੈ। ਗੁਰੂ ਵਾਲਿਆਂ ਨੂੰ ਇਹ ਦਾਤਾਂ ਪ੍ਰਾਪਤ ਹੁੰਦੀਆਂ। ਅੰਮ੍ਰਿਤਧਾਰੀ ਹੋਵੋ, ਰਹਿਤ ਵਿੱਚ ਪਰਪੱਕ ਹੋਵੋ, ਗੁਰ ਸ਼ਬਦ ਦੇ ਨਾਲ ਸਾਂਝ ਪਾਵੋ। ਗੁਰੂ ਪਿਆਰਿਓ, 2 ਦਿਨ ਦੀ ਹਾਜ਼ਰੀ ਇਸ ਸਥਾਨ ਤੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਹੋਈਆਂ ਬਹੁਤ ਸਾਰੀਆਂ ਭੁੱਲਾਂ ਦੀ ਖਿਮਾ ਕਰਨਾ, ਅੱਗੋਂ ਲਈ ਸਤਿਗੁਰੂ ਕਿਰਪਾ ਕਰਨ, ਸਮਤ ਪ੍ਰਦਾਨ ਕਰਨ। ਇਸ ਥਾਂ ਤੇ ਸੇਵਾ ਦਾ ਮੌਕਾ ਬਖਸ਼ਦੇ ਰਹਿਣ, ਆਪ ਦੀਆਂ ਅਸੀਸਾਂ ਨਾਲ ਬਣੀਆਂ ਰਹਿਣ। ਆਓ ਗੁਰੂ ਪਿਆਰਿਓ, ਪੰਕਤੀ ਪੜ੍ਹ ਕੇ ਸਮਾਪਤੀ ਦੀ ਫਤਿਹ ਕਰੀਏ ਜੀ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੇ ਸਹਿਬ ਸਿਉ ਮੇਲ। ਤੁਝ ਹੀ ਕੀਆ ਜੰਮਣ ਮਰਣਾ। ਗੁਰ ਤੇ ਸਮਝ ਪੜੀ ਕਿਆ ਡਰਨਾ। ਤੂੰ ਦਇਆਲ ਦਇਆ ਕਰ ਦੇਖੇ। ਦੁੱਖ ਦਰਦ ਸਰੀਰ ਹੋ ਜਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।